ਕਾਤਲਾਂ ਦੀ ਭਾਲ ਹੋਈ, ਕਾਤਲਾਂ ਨੂੰ ਫੜਿਆ ਵੀ ਗਿਆ। ਸ਼ੂਟਰਸ ਆਲਮੋਸਟ 95% ਬੰਦੇ ਫੜੇ ਗਏ ਨੇ। ਗੋਲਡੀ ਬਰਾੜ ਹਜੇ ਫੜਿਆ ਨਹੀਂ ਜਾ ਸਕਿਆ। ਲੇਕਿਨ ਪਰਿਵਾਰ ਦਾ ਅੱਜ ਜਿਹੜੀ ਅਸੰਤੁਸ਼ਟੀ ਦਾ ਕਾਰਨ ਹੈ ਉਹ ਹੈ ਕਿ ਸਾਜ਼ਿਸ਼ ਕਾੜੇ ਕਿੱਥੇ ਨੇ। ਤੇ ਇਹ ਚੀਜ਼ ਬਾਅਦ ਦੇ ਵਿੱਚ ਨਿਕਲੀ। ਗੈਂਗਸਟਰਾਂ ਨੇ ਖੁਦ ਦੱਸਿਆ ਆਪਣੇ ਜੋ ਵੀ ਉਹਨਾਂ ਨੇ ਵੀਡੀਓਜ਼ ਵਗੈਰਾ ਜਾਰੀ ਕੀਤੇ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਉਸਦੇ ਜਿਹੜੇ ਗਨਮੈਨ ਘਟ ਗਏ ਹੈਗੇ ਨੇ ਤੇ ਉਹ ਗਨਮੈਨ ਘਟਣ ਤੋਂ ਬਾਅਦ ਹੀ ਅਸੀਂ ਆਪਣੇ ਸ਼ੂਟਰਸ ਨੂੰ ਕਿਹਾ ਵੀ ਹੁਣ ਤੁਸੀਂ ਫਟਾਫਟ ਜਾ ਕੇ ਕੰਮ ਕਰੋ ਤੇ ਉਹ ਕੰਮ ਹੋ ਜਾਂਦਾ ਹੈ। ਇਨ ਸਿਕਿਉਰਿਟੀ ਘਟਾਉਣ ਦਾ ਰੀਜ਼ਨ ਸਿਆਸੀ ਵੀ ਹੋ ਸਕਦਾ ਹੈ, ਪਰ ਜਿਹੜਾ ਸਿਕਿਉਰਿਟੀ ਘਟਾਈ ਗਈ ਹੈ ਇਸ ਦੀ ਡਿਟੇਲ ਦਾ ਰੀਜ਼ਨ ਕਿਉਂ ਹੈ ਅਤੇ ਸਿੱਧੂ ਮੂਸੇਵਾਲਾ ਦੀ ਹੀ ਡਿਟੇਲ ਨੂੰ ਕਿਉਂ ਜਨਤਕ ਕੀਤਾ ਗਿਆ? ਕਿਉਂਕਿ ਕਿਸੇ ਹੋਰ ਤੇ ਹਮਲੇ ਤੇ ਅਸੀਂ ਕਦੇ ਕੋਈ ਖਬਰ ਸੁਣੀ ਨਹੀਂ, ਪਰ ਸਿੱਧੂ ਮੂਸੇਵਾਲਾ ਨਾਲ ਜੋ ਹੋਇਆ ਉਹਦੇ ਨਾਲ ਤੇ ਸਾਰੀ ਦੁਨੀਆ ਹੀ ਵਾਕਿਫ ਹੈ। ਇਹ ਮਾੜੇ ਦੇ ਬੰਦੇ ਇਕੱਠੇ ਕਰ ਲਏ, ਕੋਈ ਹਰਿਆਣਾ ਤੋਂ ਇਕੱਠੇ ਕਰ ਲਏ, ਰੈਕ ਟੈਗ ਆਰਮੀ ਬਣਾ ਕੇ ਤੁਸੀਂ ਹਮਲਾ ਕਰਾਤਾ। ਵੱਡਾ ਹਮਲਾ ਸੀ, ਕੋਈ ਛੋਟੀ ਸਾਜ਼ਿਸ਼ ਨਹੀਂ ਸੀ। ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਸੈੱਲ ਦੇ ਮੁਖੀ ਹੈਗੇ ਨੇ ਹਰਗੋਬਿੰਦ ਸਿੰਘ ਧਾਲੀਵਾਲ, ਜਿਨ੍ਹਾਂ ਨੇ ਸ਼ੁਰੂਆਤੀ ਪੜਾਅ ਦੇ ਵਿੱਚ ਬਹੁਤ ਸੇ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਦਿੱਲੀ ਪੁਲਿਸ ਨੇ ਰੋਲ ਅਦਾ ਕੀਤਾ। ਸਿੱਧੂ ਮੂਸੇਵਾਲਾ ਤੇ 450 ਲੋਕਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਹੋ ਰਿਹਾ ਸੀ। ਸਿੱਧੂ ਮੂਸੇਵਾਲਾ ਦੇ ਪਿੱਛੇ ਥੋੜੇ ਵੱਡੇ ਲੈਵਲ ਦੀ ਪਲੈਨਿੰਗ ਹੋ ਰਹੀ ਸੀ। ਦੀਪਕ ਟੀਨੂ ਜਿਹੜਾ ਭੱਜ ਗਿਆ CIA ਦੇ, ਠੀਕ ਹੈ। ਪੰਜਾਬ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਕਲੀਨ ਚਿੱਟ ਦੇਤੀ, ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਇਟ ਮੀਨਸ ਕਿ ਕਿਸੇ ਸਿਕਿਉਰਿਟੀ ਦੀ ਡਿਟੇਲਸ ਤੁਸੀਂ ਡਿਸਕਸ ਕਰੋ। ਸਭ ਤੋਂ ਵੱਡੀ ਗੱਲ ਕੀ ਹੋਈ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਬੈਠੇ ਹੋਏ 2 ਇੰਟਰਵਿਊਜ਼ ਹੋ ਜਾਂਦੀਆਂ ਨੇ। ਲੇਕਿਨ ਹੁਣ ਪਿੱਛੇ ਤਾਂ ਬਹੁਤ ਕੁਝ ਹੋ ਸਕਦਾ ਹੈ। ਉਸ ਨੂੰ ਮਾਰਨਾ, ਉਸ ਦੇ ਨਾਲ ਜਿਹੜੀ ਹੋਈ ਪੂਰਾ ਇੱਕ ਇਕਨੋਮੀ ਜੁੜ ਗਈ ਸੀ। ਸਿੱਧੂ ਮੂਸੇਵਾਲਾ ਦੀ ਕਾਮਯਾਬੀ, ਉਸ ਦੀ ਤਰੱਕੀ ਤੇ ਉਹਦੀ ਜਿਹੜੀ ਪ੍ਰੋਡਕਸ਼ਨ ਸੀਗੀਆਂ, ਉਸ ਦੇ ਚਲਦੇ ਬਹੁਤ ਸੇ ਅਜਿਹੇ ਸਿੰਗਰ ਵੀ ਰੈਲੇਵੈਂਟ ਨਹੀਂ ਸੀ ਰਹਿ ਗਏ ਟੂ ਦ ਐਕਸਟੈਂਟ ਕਿ ਉਹ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗਾਣੇ ਕੱਢ ਰਿਹਾ ਸੀ। ਉਹ ਆਲਮੋਸਟ ਔਨ ਅ ਵੀਕਲੀ ਬੇਸਿਸ ਕੋਈ ਨਾ ਕੋਈ ਨੰਬਰਸ ਦੇ ਰਿਹਾ ਸੀ ਜੋ ਕਿ ਚੰਗੇ ਕਾਮਯਾਬ ਸੀ। ਸੋ ਇਹਦੇ ਪਿੱਛੇ ਕੀ ਕੋਈ ਉਸ ਤਰੀਕੇ ਦੀ ਕੰਪੀਟੀਸ਼ਨ ਦੀ ਭਾਵਨਾ ਰਹੀ ਹੋ ਸਕਦੀ ਹੈ, ਜਾਂ ਕਿਸੇ ਨੇ ਕੰਟਰੈਕਟ ਕਿਲਿੰਗ ਵਗੈਰਾ ਕਰਾਈ ਹੈ ਨਾ। ਗੈਂਗਸਟਰ ਬਿਨਾਂ ਪੈਸੇ ਤੋਂ, ਹਾਲਾਂਕਿ ਗੋਲਡੀ ਨੇ ਮੈਨੂੰ ਜਿੰਨੇ ਵਾਰ, ਚਾਹੇ ਕੋਈ ਕਰੇ ਚਾਹੇ ਸਰਕਾਰ ਕਰੇ, ਇਹਨਾਂ ਨੇ ਪੋਲਿਟਿਕਸ ਕੀਤੀ 1 ਸਾਲ ਪਹਿਲਾਂ। ਮੈਂ ਸੱਤਾਧਾਰੀ ਧਿਰ ਦਾ ਨਾਂ ਲੈਣਾ ਕਿ ਇਹਨਾਂ ਨੂੰ ਸਿਰਫ ਮੁੱਦਾ ਇਹ ਸੀ ਵੀ ਅਸੀਂ VVIP ਕਲਚਰ ਆਏ ਹਾਂ, ਨਵੀਂ ਸਰਕਾਰ ਬਣੀ ਸੀ, ਅਸੀਂ VVIP ਕਲਚਰ ਖਤਮ ਕਰਿਆ। ਦੇਖੋ ਜੀ, ਇਹਦੀ ਸਿਕਿਉਰਿਟੀ ਹਟਾਤੇ ਆਪ ਚੱਕੀ ਫਿਰਦੇ ਸੀ। ਉਸ ਤੋਂ ਬਾਅਦ ਐਡੀ ਵੱਡੀ ਘਟਨਾ ਹੋ ਗਈ, ਹੁਣ ਜਵਾਬ ਨਹੀਂ ਲੱਭਦੇ ਪਏ। ਹੁਣ ਉਹ ਸਾਰੀ ਦੀ ਸਾਰੀ ਮੈਨੂੰ ਲੱਗਦਾ ਲੁਕੋ ਕੇ ਬੈਠੇ ਨੇ। ਆਪਣੇ ਹੈਲੀਕਾਪਟਰਾਂ ਦੇ ਤੁਸੀਂ ਖਰਚੇ ਦੇਣ ਨੂੰ, ਫੇਰੀਆਂ ਦਾ ਵੇਰਵਾ ਦੇਣ ਨੂੰ ਤਿਆਰ ਨਹੀਂ ਹੋ, ਤੇ ਹੋਰਾਂ ਦੇ ਤੁਸੀਂ ਇੱਕ ਗਾਰਡ ਜਿਨ੍ਹਾਂ ਨੇ ਗਿਣਾਏ ਸੀ, ਸਿੱਧੂ ਮੂਸੇਵਾਲਾ ਤੋਂ ਪਹਿਲਾਂ ਵੀ ਗਿਣਾਤੇ ਸੀ ਵੀ ਹਰਸਿਮਰਤ ਕੌਰ ਬਾਦਲ ਦੇ 8 ਘਟਾਤੇ, ਰਵਨੀਤ ਸਿੰਘ ਬਿੱਟੂ ਦੇ 4 ਘਟਾਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਅਤੇ ਰੈਡ FM। ਮੇਰਾ ਨਾਮ ਹੈ ਪਰਮੀਤ ਕਾਮਰਾ, ਨਿਊਜ਼ ਰਿਪੋਰਟਰ, ਅਤੇ ਅੱਜ ਮੇਰੇ ਨਾਲ ਸ਼ਾਮਿਲ ਨੇ ਰਿਤੇਸ਼ ਲੱਖੀ, ਸੀਨੀਅਰ ਜਰਨਲਿਸਟ। ਅਤੇ ਅੱਜ ਦਾ ਸਾਡਾ ਐਪੀਸੋਡ ਉਸੇ ਸਵਾਲ ਤੇ ਕੇਂਦਰਿਤ ਹੈ ਜਿਸ ਦਾ ਜਵਾਬ 1 ਸਾਲ ਬਾਅਦ ਵੀ ਸਾਨੂੰ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੀ ਮੌਤ 29 ਮਈ ਨੂੰ ਇਸੇ ਦਿਨ ਪਿਛਲੇ ਸਾਲ ਕੀਤੀ ਗਈ ਸੀ। ਪੰਜਾਬ ਦੇ ਪਿੰਡ ਮਾਨਸਾ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਸਵਾਲ ਦਾ ਜਵਾਬ ਅਜੇ ਤੱਕ ਵੀ ਸਾਡੇ ਕੋਲ ਨਹੀਂ ਹੈ ਕਿ ਆਖਿਰ ਸਿੱਧੂ ਮੂਸੇਵਾਲਾ ਦੀ ਮੌਤ ਕਿਉਂ ਹੋਈ, ਕਿਸ ਨੇ ਉਹਨਾਂ ਦੇ ਕਤਲ ਨੂੰ ਅੰਜਾਮ ਦਿੱਤਾ। ਜਿੱਥੇ ਉਹਨਾਂ ਦਾ ਪਰਿਵਾਰ, ਉਹਨਾਂ ਦੇ ਫੈਨਸ ਅਤੇ ਦੁਨੀਆ ਭਰ ਤੋਂ ਜਿਹੜੇ ਉਹਨਾਂ ਦੇ ਸਰੋਤੇ ਨੇ, ਫੈਨਸ ਨੇ, ਇਸ ਸਵਾਲ ਦਾ ਇੰਤਜ਼ਾਰ ਕਰ ਰਹੇ ਨੇ, ਇਸ ਜਵਾਬ ਦਾ ਇੰਤਜ਼ਾਰ ਕਰ ਰਹੇ ਨੇ, ਉੱਥੇ ਅਸੀਂ ਅੱਜ ਰਿਤੇਸ਼ ਲੱਖੀ ਨੂੰ ਪੁੱਛਾਂਗੇ ਕਿ ਉਹਨਾਂ ਦਾ ਕੀ ਮੰਨਣਾ ਹੈ ਕਿ ਇਹਨਾਂ ਸਵਾਲਾਂ ਦੇ ਕੀ ਜਵਾਬ ਹੋ ਸਕਦੇ ਨੇ। ਰਿਤੇਸ਼ ਜੀ, ਵੈਲਕਮ। ਬਹੁਤ ਬਹੁਤ ਧੰਨਵਾਦ ਪਰਮੀਤ ਜੀ। ਰਿਤੇਸ਼ ਜੀ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਪੂਰਾ 1 ਸਾਲ ਹੋ ਚੁੱਕਿਆ ਹੈ, ਜਿੱਥੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਕਈ ਨੇਤਾ, ਮੰਤਰੀ ਅਤੇ ਹੋਰ ਸਿਆਸਤਦਾਨ, ਲੀਡਰ, ਯਾਨੀ ਕਿ ਦੁਨੀਆ ਭਰ ਵਿੱਚ ਫੈਨਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹੁਣ ਤਾਂ ਇਨਸਾਫ ਮਿਲਣਾ ਚਾਹੀਦਾ ਹੈ, ਕਿਤੇ ਕੋਈ ਨਾ ਕੋਈ ਜਵਾਬ ਤਾਂ ਮਿਲਣਾ ਚਾਹੀਦਾ ਹੈ। ਅਤੇ ਜਿੱਥੇ ਉਹਨਾਂ ਦੇ ਪਰਿਵਾਰ ਅਜੇ ਵੀ ਇਸ ਜਵਾਬ ਦੀ ਗੈਰ ਮੌਜੂਦਗੀ ਕਾਰਨ ਨਾ ਖੁਸ਼ ਨੇ, ਸੰਤੋਖ ਨਹੀਂ ਮਿਲਿਆ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਵਾਲ ਦਾ ਜਵਾਬ ਕੀ ਹੋ ਸਕਦਾ ਹੈ? ਦੇਖੋ, ਸਵਾਲ ਕੁਝ ਦੇ ਜਵਾਬ ਮਿਲ ਵੀ ਪਏ, ਲੇਕਿਨ ਬਹੁਤ ਸੇ ਸਵਾਲ ਸੀ ਜੋ ਕਿ ਖੜੇ ਦੇ ਖੜੇ ਨੇ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਤਲਾਂ ਦੀ ਭਾਲ ਹੋਈ, ਕਾਤਲਾਂ ਨੂੰ ਫੜਿਆ ਵੀ ਗਿਆ। ਸ਼ੂਟਰਸ ਆਲਮੋਸਟ 95% ਬੰਦੇ ਫੜੇ ਗਏ ਨੇ। ਗੋਲਡੀ ਬਰਾੜ ਹਜੇ ਫੜਿਆ ਨਹੀਂ ਜਾ ਸਕਿਆ। ਲੇਕਿਨ ਪਰਿਵਾਰ ਦਾ ਅੱਜ ਜਿਹੜੀ ਅਸੰਤੁਸ਼ਟੀ ਦਾ ਕਾਰਨ ਹੈ ਉਹ ਹੈ ਕਿ ਸਾਜ਼ਿਸ਼ ਕਾੜੇ ਕਿੱਥੇ ਨੇ। ਜੇ ਗੋਲਡੀ ਬਰਾੜ ਨੂੰ ਸਾਜ਼ਿਸ਼ ਕਾੜਾ ਮੰਨ ਵੀ ਲਿਆ ਜਾਏ ਤਾਂ ਉਹ ਵੀ ਅੱਜ ਹੱਥੋਂ ਬਾਹਰ ਹੈ। ਲੇਕਿਨ ਪਰਿਵਾਰ ਵੀ ਇਹ ਮੰਨਦਾ ਹੈ ਤੇ ਬਹੁਤ ਲੋਕ ਮੰਨਦੇ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਸਿਰਫ ਇੱਕ ਹੱਤਿਆਕਾਂਡ ਨਹੀਂ ਹੈ, ਇੱਕ ਸਿੰਗਰ ਨੂੰ ਨਹੀਂ ਮਾਰਿਆ ਗਿਆ, ਬਲਕਿ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਨੈਟਵਰਕ, ਬਹੁਤ ਵੱਡੀਆਂ ਤਾਕਤਾਂ ਨੇ ਕੰਮ ਕੀਤਾ, ਸ਼ਕਤੀਆਂ ਨੇ ਕੰਮ ਕੀਤਾ। ਤੇ ਇਸ 1 ਸਾਲ ਦੌਰਾਨ ਜੋ ਕੁਝ ਵੀ ਹੋਇਆ, ਜਿਸ ਤਰੀਕੇ ਦਾ ਵੀ ਘਟਨਾਕ੍ਰਮ ਰਿਹਾ, ਕਈ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਹੋਰ ਵੱਡੇ ਸਵਾਲ ਖੜੇ ਕਰਤੇ। 29 ਮਈ 2022 ਨੂੰ ਜਦੋਂ ਕਤਲ ਹੁੰਦਾ ਹੈ, ਉਸ ਤੋਂ ਤਕਰੀਬਨ 2 ਘੰਟੇ ਬਾਅਦ ਮੈਨੂੰ ਗੋਲਡੀ ਬਰਾੜ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਅੱਜ 1 ਸਾਲ ਬੀਤਣ ਤੋਂ ਬਾਅਦ ਜਿਹੜੀ ਪੁਲਿਸ ਦੀ ਜਿਹੜੀ ਤਫਤੀਸ਼ ਹੈ ਉਹ ਲਗਭਗ ਉਸੇ ਟਰੈਕ ਉੱਤੇ ਚੱਲਦੀ ਪਈ ਹੈ। ਬਿਯੋਂਡ ਉਸ ਤੋਂ ਕੋਈ ਵੱਡੀ ਗੱਲਬਾਤ ਨਿਕਲ ਨਹੀਂ ਪਾਈ ਹੈ। ਤੇ ਕੁਝ ਅਜਿਹੇ ਲੋਕਾਂ ਦਾ, ਮਿਊਜ਼ਿਕ ਜਗਤ ਦੇ ਕੁਝ ਅਜਿਹੇ ਕਿਰਦਾਰ ਹੈਗੇ ਨੇ ਜਿਨ੍ਹਾਂ ਦੇ ਉੱਤੇ ਪਰਿਵਾਰ ਨੇ ਸੰਸ਼य ਜਾਂ ਸ਼ੱਕ ਜ਼ਾਹਰ ਕੀਤਾ, ਉਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ। ਕਈ ਬਹੁਤ ਹੀ ਨਾਮੀ ਸਿੰਗਰਸ ਤੋਂ ਪੁੱਛਗਿੱਛ ਵੀ ਹੋਈ। ਲੇਕਿਨ ਇਸ 1 ਸਾਲ ਦੌਰਾਨ ਜੋ ਸਰਕਾਰ ਦਾ ਵਿਵਹਾਰ ਰਿਹਾ ਪੰਜਾਬ ਗਵਰਨਮੈਂਟ ਦਾ, ਉਸ ਦੇ ਵਿੱਚ ਕਈ ਅਜਿਹੀਆਂ ਗੱਲਾਂ ਬਾਤਾਂ ਹੋਈਆਂ
ਇੱਕ ਤਾਂ ਕਮਿਸ਼ਨ ਆਫ ਇਨਕੁਆਇਰੀ ਬਣਨਾ ਸੀ। ਇਹ ਕਿਹਾ ਗਿਆ ਸੀ ਕਿ ਉਸ ਵਕਤ ਉਸੇ ਦਿਨ ਅਗਲੇ ਦਿਨ ਹੀ ਇਹ ਐਲਾਨ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਹੋਰਾਂ ਵੱਲੋਂ ਕਰਤਾ ਗਿਆ ਕਿ ਅਸੀਂ ਇਸ ਕੇਸ ਦੇ ਵਿੱਚ ਇੱਕ ਜਾਂਚ ਆਯੋਗ ਬਿਠਾਵਾਂਗੇ, ਉਹ ਵੀ ਸਿਟਿੰਗ ਹਾਈ ਕੋਰਟ ਜੱਜ ਦਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਟਿੰਗ ਜੱਜ ਨਹੀਂ ਮੁਹੱਈਆ ਕਰਾਇਆ, ਲੇਕਿਨ ਉਹ ਕਮਿਸ਼ਨ ਆਫ ਇਨਕੁਆਇਰੀ ਕਦੇ ਬਣ ਨਹੀਂ ਪਾਇਆ। ਸਮੇਂ ਉੱਤੇ ਇਹਨਾਂ ਕਈ ਮਹੀਨਿਆਂ ਦੌਰਾਨ ਇਹ ਮੰਗ ਉੱਠਦੀ ਰਹੀ ਵੀ ਇਸ ਕੇਸ ਨੂੰ ਸੀਬੀਆਈ ਨੂੰ ਕਿਉਂ ਨਹੀਂ ਦਿੱਤਾ ਗਿਆ, ਕਿਉਂਕਿ ਇਹਦਾ ਇੱਕ ਇੰਟਰਨੈਸ਼ਨਲ ਐਂਗਲ ਸੀ। ਖੁਦ ਗੋਲਡੀ ਬਰਾਡ ਕੈਨੇਡਾ ਬੈਠਾ ਸੀ, ਫਿਰ ਵਿੱਚ ਖਬਰਾਂ ਆਈਆਂ ਕਿ ਉਹ ਅਮਰੀਕਾ ਭੱਜਿਆ ਗਿਆ, ਕੁਝ ਅਜਿਹੀਆਂ ਵੀ ਅਨਕਨਫਰਮਡ ਰਿਪੋਰਟਸ ਆਈਆਂ ਕਿ ਉਹ ਫੜਿਆ ਗਿਆ। ਫਿਰ ਬਾਅਦ ਦੇ ਵਿੱਚ ਉਹ ਸਾਰੀਆਂ ਗੱਲਾਂ ਬਾਤਾਂ ਜਦੋਂ ਐਡੀ ਵੱਡੀ ਇੰਟਰਨੈਸ਼ਨਲ ਕੌਨਸਪੀਰੇਸੀ ਦੀ ਗੱਲਬਾਤ ਆ ਰਹੀ ਸੀ ਕਿ ਇਹ ਮਾਮਲੇ ਦੀ ਪੜਤਾਲ ਕੋਈ ਪ੍ਰੀਮੀਅਰ ਨੈਸ਼ਨਲ ਫੈਡਰਲ, ਜਿਹਨੂੰ ਆਪਾਂ ਇੱਥੇ ਕੈਨੇਡਾ ਦੇ ਵਿੱਚ ਸੰਦਰਭ ਵਿੱਚ ਕਹਿ ਦਿੰਦੇ ਹਾਂ, ਕਿ ਕੋਈ ਅਜਿਹੀ ਜਾਂਚ ਏਜੰਸੀ ਨਹੀਂ ਸੀ ਕਰ ਸਕਦੀ, ਸੋ ਉਹ ਵੀ ਕੇਸ ਰੈਫਰ ਨਹੀਂ ਹੋਇਆ, ਕਮਿਸ਼ਨ ਆਫ ਇਨਕੁਆਇਰੀ ਨਹੀਂ ਬਣੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਜਿਹੜੀ ਸੁਰੱਖਿਆ ਦੀ ਜਾਣਕਾਰੀ, ਪਹਿਲਾਂ ਤਾਂ ਉਹਦੀ ਸੁਰੱਖਿਆ ਘਟਾਈ ਗਈ ਸੀ ਤੇ ਇਹ ਚੀਜ਼ ਬਾਅਦ ਦੇ ਵਿੱਚ ਨਿਕਲੀ। ਗੈਂਗਸਟਰਾਂ ਨੇ ਖੁਦ ਦੱਸਿਆ ਆਪਣੇ ਜੋ ਵੀ ਉਹਨਾਂ ਨੇ ਵੀਡੀਓਜ਼ ਵਗੈਰਾ ਜਾਰੀ ਕੀਤੇ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਉਸਦੇ ਜਿਹੜੇ ਗਨਮੈਨ ਘਟ ਗਏ ਹੈਗੇ ਨੇ ਤੇ ਉਹ ਗਨਮੈਨ ਘਟਣ ਤੋਂ ਬਾਅਦ ਹੀ ਅਸੀਂ ਆਪਣੇ ਸ਼ੂਟਰਸ ਨੂੰ ਕਿਹਾ ਵੀ ਹੁਣ ਤੁਸੀਂ ਫਟਾਫਟ ਜਾ ਕੇ ਕੰਮ ਕਰੋ, ਤੇ ਉਹ ਕੰਮ ਹੋ ਜਾਂਦਾ ਹੈ। ਸੋ 25 ਮਈ 2022 ਨੂੰ ਸੁਰੱਖਿਆ ਦੀ ਜਿਹੜੀ ਕਟੇਲਮੈਂਟ ਹੁੰਦੀ ਹੈ, ਕਟੌਤੀ ਹੁੰਦੀ ਹੈ, ਉਸ ਦੀ ਖਬਰਾਂ ਲੱਗਦੀਆਂ ਨੇ ਤੇ ਖਬਰਾਂ ਲਾਉਣ ਵਾਲੇ ਤੇ ਲਗਵਾਉਣ ਵਾਲੇ ਕੌਣ ਲੋਕ ਹੁੰਦੇ ਨੇ। ਕੁਝ ਪੱਤਰਕਾਰ ਜਿਹੜੇ ਉਸ ਵਕਤ ਸੀ ਤੋਂ ਬਾਅਦ ਦੇ ਵਿੱਚ ਡਾਇਰੈਕਟਰ ਮੀਡੀਆ ਬਣੇ, ਸਰਦਾਰ ਬਲਤੇਜ ਸਿੰਘ ਪੰਨੂ ਸੀਨੀਅਰ ਜਰਨਲਿਸਟ ਰਹੇ ਹੈਗੇ ਨੇ। ਆਮ ਆਦਮੀ ਪਾਰਟੀ ਦੀ ਜਿਹੜੀ ਸੋਸ਼ਲ ਮੀਡੀਆ ਟੀਮ ਦੇ ਕੁਝ ਕਾਰਕੁਨ ਹੁੰਦੇ ਨੇ ਜੋ ਕਿ ਇਹਨਾਂ ਖਬਰਾਂ ਨੂੰ ਇਨਫੋਰਮੇਸ਼ਨ ਸਾਂਝੀਆਂ ਕਰਦੇ ਨੇ। ਉਸ ਵਕਤ ਇਤਰਾਜ਼ ਉੱਠ ਜਾਂਦੇ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ 450 ਲੋਕ ਸੀਗੇ VVIP ਜਿਨ੍ਹਾਂ ਦੀ ਸੁਰੱਖਿਆ ਦੀ ਡਿਟੇਲਸ ਪਬਲਿਕ ਕਰਤੀਆਂ ਗਈਆਂ। ਸੋ ਪਰਿਵਾਰ ਇਹ ਵੀ ਕਹਿ ਰਿਹਾ ਕਿ ਇਹ ਜਿਹੜੇ ਸੁਰੱਖਿਆ ਪਹਿਲਾਂ ਤਾਂ ਹਟਾਈ ਕਿਉਂ ਗਈ, ਥ੍ਰੈਟ ਪਰਸੈਪਸ਼ਨ ਸੀ, ਬਾਅਦ ਦੇ ਵਿੱਚ ਕਲੀਅਰ ਗੱਲਾਂ ਹੋਈਆਂ ਕਿ ਕੋਈ ਵੀ ਥ੍ਰੈਟ ਪਰਸੈਪਸ਼ਨ ਕਦੇ ਵੀ ਸਿੱਧੂ ਮੂਸੇਵਾਲਾ ਤੋਂ ਹਟਿਆ ਨਹੀਂ ਸੀ ਤੇ ਉਸ ਦੇ ਬਾਵਜੂਦ ਸੁਰੱਖਿਆ ਹਟ ਜਾਂਦੀ ਹੈ, ਫਿਰ ਡਿਟੇਲਸ ਪਬਲਿਕ ਕਰਤੀਆਂ ਜਾਂਦੀਆਂ ਨੇ, ਫਿਰ ਹੱਤਿਆਕਾਂਡ ਹੋ ਜਾਂਦਾ ਹੈ। ਸੋ ਉਹ ਜਿਹੜਾ ਆਸਪੈਕਟ ਸੀ ਉਸ ਦੀ ਜਾਂਚ ਪੁਲਿਸ ਨਹੀਂ ਕਰ ਸਕਦੀ ਹੈ। ਹੁਣ ਇਸ ਵਕਤ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਮਾਨਸਾ ਪੁਲਿਸ ਕਰਦੀ ਪਈ ਹੈ। ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਹੋਈ ਹੈ, ਉਹੀ ਇਸ ਇਨਵੈਸਟੀਗੇਸ਼ਨ 1 ਸਾਲ ਤੋਂ ਕਰ ਰਹੇ ਨੇ। ਠੀਕ ਇਨਵੈਸਟੀਗੇਸ਼ਨ ਕਰ ਰਹੇ ਨੇ, ਇਹ ਨਹੀਂ ਕਿ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਆਪਾਂ ਕੁਝ ਕਮੀ ਖਾਮੀ ਕੱਢੀਏ, ਲੇਕਿਨ ਜਿੱਡਾ ਵੱਡਾ ਇਹ ਕਾਂਡ ਸੀ, ਜਿੱਡੀ ਵੱਡੀ ਇਹ ਵਾਰਦਾਤ ਸੀ, ਉਸ ਹਿਸਾਬ ਨਾਲ ਇਹਦੀ ਇੱਕ ਵਿਆਪਕ ਪੱਧਰ ਤੇ ਜਾਂਚ ਹੋਣੀ ਚਾਹੀਦੀ ਸੀ। ਕਦੇ ਵੀ ਪੁਲਿਸ ਬੈਕ ਚੈੱਕ ਨਹੀਂ ਕਰ ਸਕਦੀ, ਉਹ ਇਹ ਨਹੀਂ ਪੁੱਛ ਸਕਦੀ ਸੂਬੇ ਦੇ DGP ਤੋਂ ਕਿ ਜੀ ਇਹਦੀ ਸੁਰੱਖਿਆ ਨੂੰ ਘਟਾਇਆ ਕਿਉਂ ਗਿਆ, ਕਿਹੜੀ ਇੰਟੈਲੀਜੈਂਸ ਇਨਪੁਟ ਸੀ ਜਿਸ ਦੇ ਚੱਲਦੇ ਤੁਸੀਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਡਿਟੇਲ ਨੂੰ ਡਾਊਨਗ੍ਰੇਡ ਕੀਤਾ। ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਏ, ਸੈਂਕੜਾਂ ਦੀ ਗਿਣਤੀ ਦੇ ਵਿੱਚ ਜਿਹੜੇ 450 ਲੋਕ ਸੀ ਉਹ ਹਾਈ ਕੋਰਟ ਵਿੱਚ ਗਏ। ਹਾਈ ਕੋਰਟ ਨੇ ਉਹਨਾਂ ਵਿੱਚੋਂ ਕਈਆਂ ਦਾ ਜਿਹੜਾ ਸੁਰੱਖਿਆ ਕਵਰ ਸੀ ਬਹਾਲ ਕੀਤਾ, ਕਈਆਂ ਦੀ ਸਿਕਿਉਰਿਟੀ ਨੂੰ ਸਟੇਟਸ ਕੋ ਦੇ ਲੈਵਲ ਤੇ ਲੈ ਕੇ ਆਏ। ਸੋ ਇਟ ਮੀਨਸ ਇੱਕ ਬੜਾ ਵੱਡਾ ਪੱਖ ਸੀ ਜਿਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ। ਜੇ ਕੋਈ ਕਮਿਸ਼ਨ ਆਫ ਇਨਕੁਆਇਰੀ ਬਣਦਾ, ਤੁਸੀਂ ਰਿਟਾਇਰਡ ਹਾਈ ਕੋਰਟ ਦਾ ਜੱਜ ਲਾ ਸਕਦੇ ਸੀ, ਉਹ ਵੀ ਨਹੀਂ ਲਾਇਆ। ਸੋ ਸਰਕਾਰ ਉਸ ਆਪਣੇ ਵਾਅਦੇ ਤੋਂ ਪਿੱਛੇ ਹਟ ਗਈ, ਮੁਨਕਰ ਹੋ ਗਈ। ਸੋ ਇੱਕ ਜਿਹੜਾ ਐਸਪੈਕਟ ਪਰਿਵਾਰ ਦੀ ਸੰਤੁਸ਼ਟੀ ਦਾ ਆ ਵੀ ਹੈ। ਰਿਤੇਸ਼ ਜੀ, ਜਿਵੇਂ ਤੁਸੀਂ ਆਪ ਵੀ ਮੈਂਸ਼ਨ ਕੀਤਾ ਕਿ ਸਿਕਿਉਰਿਟੀ ਡਿਟੇਲ ਪਹਿਲਾਂ ਤਾਂ ਘਟਾ ਲਈ ਗਈ, ਫਿਰ ਇਸ ਇਨਫੋਰਮੇਸ਼ਨ ਨੂੰ ਵੀ ਜਨਤਕ ਕਰ ਦਿੱਤਾ ਗਿਆ। ਸਿਕਿਉਰਿਟੀ ਘਟਾਉਣ ਦਾ ਰੀਜ਼ਨ ਸਿਆਸੀ ਵੀ ਹੋ ਸਕਦਾ ਹੈ, ਪਰ ਜਿਹੜਾ ਸਿਕਿਉਰਿਟੀ ਘਟਾਈ ਗਈ ਹੈ ਇਸ ਦੀ ਡਿਟੇਲ ਦਾ ਰੀਜ਼ਨ ਕਿਉਂ ਹੈ ਅਤੇ ਸਿੱਧੂ ਮੂਸੇਵਾਲਾ ਦੀ ਹੀ ਡਿਟੇਲ ਨੂੰ ਕਿਉਂ ਜਨਤਕ ਕੀਤਾ ਗਿਆ? ਕਿਉਂਕਿ ਕਿਸੇ ਹੋਰ ਤੇ ਹਮਲੇ ਤੇ ਅਸੀਂ ਕਦੇ ਕੋਈ ਖਬਰ ਸੁਣੀ ਨਹੀਂ, ਪਰ ਸਿੱਧੂ ਮੂਸੇਵਾਲਾ ਨਾਲ ਜੋ ਹੋਇਆ ਉਹਦੇ ਨਾਲ ਤੇ ਸਾਰੀ ਦੁਨੀਆ ਹੀ ਵਾਕਿਫ ਹੈ। ਦੇਖੋ, ਇਹ ਨਹੀਂ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਹੈ, ਸਿਕਿਉਰਿਟੀ ਦੀ ਜਿਹੜੀ ਡਿਟੇਲਸ ਹੁੰਦੀਆਂ ਨੇ ਵੀ ਕਿਸ ਕੋਲ ਕਿੰਨੇ ਸੁਰੱਖਿਆ ਗਾਰਡਸ ਹੈਗੇ ਨੇ। ਮਈ 25 ਦੇ ਆਸ-ਪਾਸ ਇਹ ਲੀਕ ਹੋਈ, ਜਿਹੜੀ ਜਾਣਕਾਰੀ ਲੀਕ ਕੀਤੀ ਗਈ। ਇਨਫੈਕਟ ਸੋਸ਼ਲ ਮੀਡੀਆ ਤੇ ਪਾਤਾ ਗਿਆ, ਲੀਕ ਤਾਂ ਕੁਝ ਹੋਰ ਚੀਜ਼ ਹੋ ਗਈ। ਬਾਅਦ ਦੇ ਵਿੱਚ ਉਹ ਜਿਹੜੇ ਲੋਕ ਸੀ ਉਹਨਾਂ ਤੋਂ ਕਿਸੇ ਨੇ ਕੋਈ ਸਵਾਲ ਜਵਾਬ ਪੁੱਛੇ ਨਹੀਂ, ਉਲਟਾ ਉਹਨਾਂ ਨੂੰ ਡਾਇਰੈਕਟਰ ਮੀਡੀਆ ਬਣਾਤਾ ਗਿਆ ਤੇਜ ਪੰਨੂ। ਤਾਂ ਚਲੋ ਸਾਡੇ ਬੜੇ ਸਤਿਕਾਰਤ ਜਰਨਲਿਸਟ ਹੈਗੇ ਨੇ, ਆਪਾਂ ਕਦੇ ਉਹ ਗੱਲਾਂ ਜੇ ਨਾ ਵੀ ਉਸ ਤਰੀਕੇ ਨਾਲ ਦੇਖੀਏ, ਲੇਕਿਨ ਜਦੋਂ ਤੁਹਾਡੀ ਕਿਸੇ ਦੀ ਐਕਸ਼ਨ ਦੇ ਕਾਰਨ ਇੱਕ ਐਡੀ ਵੱਡੀ ਘਟਨਾ ਹੋ ਜਾਂਦੀ ਹੈ, ਉਸ ਤੋਂ ਤਕਰੀਬਨ 2-2.5 ਹਫ਼ਤੇ ਪਹਿਲਾਂ 8-10 ਹੋਰ ਸਿਕਿਉਰਿਟੀ ਜਿਹੜੇ VVIP ਸੀ ਉਹਨਾਂ ਦੀ ਸਿਕਿਉਰਿਟੀ ਦੇ ਬਾਰੇ ਇਹੀ ਜਾਣਕਾਰੀਆਂ ਪਬਲਿਕ ਕੀਤੀਆਂ ਗਈਆਂ। ਹੁਣ ਉਹਦੇ ਕੋਲ ਵੀ ਦੇਖੋ, ਉਹਦੇ ਤੇ ਇਤਰਾਜ਼ ਉੱਠੇ। ਉਹਦੇ ਵਿੱਚ ਹਰਸਿਮਰਤ ਕੌਰ ਬਾਦਲ, ਰਵਨੀਤ ਸਿੰਘ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਸੀ, ਹੁਣ ਇਹਨਾਂ ਦੀ ਸੁਰੱਖਿਆ ਨੂੰ ਵੀ ਪੰਜਾਬ ਪੁਲਿਸ ਨੇ ਡਾਊਨਗ੍ਰੇਡ ਕੀਤਾ ਸੀ 2 ਹਫ਼ਤੇ ਪਹਿਲਾਂ ਤੇ 2 ਹਫ਼ਤੇ ਬਾਅਦ 450 ਲੋਕਾਂ ਦੀ ਸੁਰੱਖਿਆ ਨੂੰ ਡਾਊਨਗ੍ਰੇਡ ਕੀਤਾ ਗਿਆ ਤੇ ਉਹ ਪਬਲਿਕ ਦੋਵੇਂ ਇਨਫੋਰਮੇਸ਼ਨ ਦਿੱਤੀਆਂ ਗਈਆਂ। ਸੋ ਇਤਰਾਜ਼ ਉੱਠਿਆ, ਅਕਾਲੀ ਦਲ ਨੇ ਇਤਰਾਜ਼ ਚੁੱਕਿਆ, ਰਵਨੀਤ ਬਿੱਟੂ ਹੁਣਾਂ ਦੇ ਸਰਕਲਸ ਤੋਂ ਵੀ ਇਤਰਾਜ਼ ਉੱਠਿਆ ਵੀ ਤੁਸੀਂ ਸਾਡੀ ਸਿਕਿਉਰਿਟੀ ਨੂੰ ਘਟਾਤਾ। ਚਲੋ ਠੀਕ ਹੈ, ਤੁਸੀਂ ਘਟਾਤਾ, ਫੈਸਲਾ ਲਿਆ, ਲੇਕਿਨ ਤੁਸੀਂ ਇਸ ਨੂੰ ਪਬਲਿਕ ਦੇ ਵਿੱਚ ਕਿਉਂ ਲੈ ਕੇ ਜਾ ਰਹੇ ਹੋ? ਸੋ 2-2.5 ਹਫ਼ਤੇ ਪਹਿਲਾਂ ਉਹ ਵਿਵਾਦ ਖੜਾ ਹੋ ਚੁੱਕਾ ਸੀਗਾ, ਅਪ੍ਰੈਲ ਦੇ ਮਹੀਨੇ ਵਿੱਚ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ 450 ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਸੁਰੱਖਿਆ ਸੀ, ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਸੀ ਉਹਨਾਂ ਦੀ ਸੁਰੱਖਿਆ ਨੂੰ ਵੀ ਡਾਊਨਗ੍ਰੇਡ ਕੀਤਾ ਗਿਆ। ਤੇ ਉਸ ਵਕਤ ਮੈਂ ਇਨਫੈਕਟ 28 ਮਈ ਦੀ ਰਾਤ ਨੂੰ ਮੈਂ ਇੱਕ ਵੀਡੀਓ ਉਸ ਵਕਤ ਬਣਾਇਆ ਸੀ ਜਿਸ ਵਿੱਚ ਮੈਂ ਸਵਾਲ ਖੜਾ ਕੀਤਾ ਸੀ। ਸਿੱਧੂ ਮੂਸੇਵਾਲਾ ਤਾਂ ਜ਼ਿਕਰ ਹੀ ਸੀਗਾ ਉਸ ਵਿੱਚ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਇਸ ਤਰੀਕੇ ਦੀ ਗੈਰ ਜ਼ਿੰਮੇਦਾਰਾਨਾ ਅਪਰੋਚ ਕਾਰਨ।
ਐਂਡ ਐਟ ਦ ਐਂਡ ਉਹੀ ਹੋਇਆ, ਬਿਲਕੁਲ ਉਹੀ ਗੱਲਾਂ ਬਾਤਾਂ ਹੋਈਆਂ। ਸੋ ਹੁਣ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਉਹ ਜਾਂਚ ਕਿੱਥੇ ਗਈ ਜੀ? ਤੁਸੀਂ ਗੈਂਗਸਟਰ ਫੜ ਲਏ, ਕਹਿੰਦੇ ਵੀ ਗੈਂਗਸਟਰ ਤਾਂ ਗੁਰ ਗਏ ਸੀਗੇ, ਦੇਰ ਸਮਾਲ ਟਾਈਮ, ਤੁਸੀਂ ਪਾੜੇ ਦੇ ਬੰਦੇ ਇਕੱਠੇ ਕਰ ਲਏ, ਕੋਈ ਹਰਿਆਣਾ ਤੋਂ ਇਕੱਠੇ ਕਰ ਲਏ, ਰੈਕ ਟੈਗ ਆਰਮੀ ਬਣਾ ਕੇ ਤੁਸੀਂ ਹਮਲਾ ਕਰਾਤਾ, ਵੱਡਾ ਹਮਲਾ ਸੀ, ਕੋਈ ਛੋਟੀ ਸਾਜ਼ਿਸ਼ ਨਹੀਂ ਸੀ। ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਸੈੱਲ ਦੇ ਮੁਖੀ ਹੈਗੇ ਨੇ ਹਰਗੋਬਿੰਦ ਸਿੰਘ ਧਾਲੀਵਾਲ, ਜਿਨ੍ਹਾਂ ਨੇ ਸ਼ੁਰੂਆਤੀ ਪੜਾਅ ਦੇ ਵਿੱਚ ਬਹੁਤ ਸੇ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਦਿੱਲੀ ਪੁਲਿਸ ਨੇ ਰੋਲ ਅਦਾ ਕੀਤਾ, ਉਹਨਾਂ ਦੇ ਆਪਣੇ ਸ਼ਬਦ ਸੀਗੇ ਕਿ ਇਟ ਵਾਜ਼ ਪਲੈਨਿੰਗ ਆਫ ਦ ਨੈਕਸਟ ਲੈਵਲ, ਯਾਨੀ ਕਿ ਨੈਕਸਟ ਲੈਵਲ ਦੀ ਪਲੈਨਿੰਗ ਕੀਤੀ ਜਾਂਦੀ ਹੈ। ਅਲੱਗ-ਅਲੱਗ ਮੋਡਿਊਲ, 3 ਮੋਡਿਊਲ ਇਕੱਠੇ ਕੀਤੇ ਗਏ, 2 ਐਕਟਿਵ ਸੀਗੇ ਤੇ 1 ਸਾਇਲੈਂਟ ਸੀ, ਜੋ ਕਿ ਬਾਅਦ ਦੇ ਵਿੱਚ ਉਹ ਹਮਲੇ ਸ਼ਾਮਲ ਨਹੀਂ ਹੋਏ। ਸੋ ਜਦੋਂ ਇੱਕ ਮਤਲਬ ਆਪਾਂ ਇਹ ਮੰਨਦੇ ਹਾਂ ਕਿ ਇੱਕ ਨੈਕਸਟ ਲੈਵਲ ਦੀ ਪਲੈਨਿੰਗ ਕੀਤੀ ਗਈ, ਕੌਮਾਂਤਰੀ ਪਲੈਨਿੰਗ ਸੀ, ਸੋ ਕੀ ਉਸ ਦੀ ਜਾਂਚ ਕਰਨ ਲਈ ਮਾਨਸਾ ਪੁਲਿਸ ਦੀ ਸਿਟ ਵਾਜ਼ ਇਟ ਸਫੀਸ਼ੀਐਂਟ? ਅੱਛਾ, ਉਸ ਤੋਂ ਬਾਅਦ ਹੁੰਦਾ ਕੀ ਹੈ ਜੀ? ਉਸ ਮਾਮਲੇ ਦਾ ਇੱਕ ਜਿਹੜਾ ਮੁਲਜ਼ਮ ਸੀ ਗੈਂਗਸਟਰ ਦੀਪਕ ਟੀਨੂ, CIA ਇੰਚਾਰਜ ਦੀ ਕਸਟਡੀ ਚੋਂ ਭੱਜ ਗਿਆ ਰਾਤ ਨੂੰ। CIA ਜਿਹੜਾ ਇੰਚਾਰਜ ਸੀ ਉਹਨੂੰ ਆਪਣੇ ਨਾਲ ਲੈ ਕੇ ਚਲਾ ਗਿਆ, ਆਪਣੇ ਘਰੇ ਲੈ ਕੇ ਚਲਾ ਗਿਆ, ਉਹ ਭੱਜ ਜਾਂਦਾ ਹੈ। ਐਂਡ ਉਹ ਦੀਪਕ ਟੀਨੂ ਵਾਜ਼ ਇਨਵੋਲਵਡ ਇਨ ਦਿਸ, ਇਸ ਕੇਸ ਦੇ ਵਿੱਚ ਨਾਮਜ਼ਦ ਸੀ। ਵਿਧਾਨ ਸਭਾ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੋਇਆ, ਉਹ ਹੋਰ ਵੀ ਚਿੰਤਾਵਾਂ ਖੜੀਆਂ ਕਰ ਦੇਣ ਵਾਲਾ ਸੀ। ਪੰਜਾਬ ਦੇ ਕੈਬਨਿਟ ਮਿਨਿਸਟਰ ਅਮਨ ਅਰੋੜਾ ਨੇ ਸਦਨ ਦੇ ਵਿੱਚ ਖੜੇ ਹੋ ਕੇ ਬਿਆਨ ਦਿੱਤਾ ਕਿ ਇਸ ਤਰੀਕੇ ਦੀ ਸੁਰੱਖਿਆ ਦੀ ਜਿਹੜੀ ਡਿਟੇਲਸ ਹੈ ਉਹ ਤਾਂ ਅਕਸਰ ਪਬਲਿਕ ਦੇ ਵਿੱਚ ਆ ਜਾਂਦੀਆਂ ਹੁੰਦੀਆਂ ਨੇ, ਇਹਦੇ ਵਿੱਚ ਕੋਈ ਹਾਏ ਤੌਬਾ ਨਹੀਂ ਮਚਣੀ ਚਾਹੀਦੀ। ਇਹ ਮਿਨਿਸਟਰ ਨੇ ਖੜੇ ਹੋ ਕੇ ਸਦਨ ਦੇ ਵਿੱਚ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਧਰਨਾ ਵੀ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਬਾਹਰ ਮਾਰਿਆ ਜਾ ਕੇ। ਹੁਣ ਦੇਖੋ, ਇੱਕ ਮੰਤਰੀ ਦਾ ਇਹ ਕਹਿ ਦੇਣਾ ਵਿਧਾਨ ਸਭਾ ਦੇ ਵਿੱਚ ਵੀ ਇਸ ਤਰੀਕੇ ਦੀਆਂ ਸੁਰੱਖਿਆ ਡਿਟੇਲਸ ਤਾਂ ਅਕਸਰ ਸਾਰਵਜਨਿਕ ਹੁੰਦੀਆਂ ਨੇ। ਅਸੀਂ ਕਈ ਵਾਰ ਚਰਚਾਵਾਂ ਕੀਤੀਆਂ ਨੇ ਕਿ ਜੇ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਇਹ ਪੁੱਛ ਲਿਆ ਜਾਂਦਾ ਹੈ ਨਾ ਕਿ ਤੁਸੀਂ ਹੈਲੀਕਾਪਟਰ ਦੇ ਉੱਤੇ ਕਿੰਨਾ ਖਰਚਾ ਕੀਤਾ ਜਾਂ ਕਿੰਨੇ ਹੈਲੀਕਾਪਟਰ ਤੇ ਫੇਰੀਆਂ ਲਾਈਆਂ, ਇਸ ਸੂਚਨਾ ਨੂੰ RTA ਦੇ ਹੇਠ ਮੰਗਿਆ ਜਾਂਦਾ ਤਾਂ ਚੀਫ ਮਿਨਿਸਟਰ ਦਾ ਆਫਿਸ ਤੇ ਪੰਜਾਬ ਸਰਕਾਰ ਡਿਨਾਈ ਕਰ ਦਿੰਦੀ ਹੈ, ਇਹ ਕਹਿ ਕੇ ਵੀ ਤੁਸੀਂ ਮੁੱਖ ਮੰਤਰੀ ਦੇ ਹੈਲੀਕਾਪਟਰਾਂ ਦੀ ਫੇਰੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਡਿਸਕਸ ਨਹੀਂ ਕਰ ਸਕਦੇ, ਅਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ। ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਜਾਂ ਕਿਸੇ ਵੀ ਮੰਤਰੀ ਸੰਤਰੀ ਦੇ ਬੱਚਿਆਂ ਦੇ ਨਾਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿੰਨੀ ਸੁਰੱਖਿਆ ਹੈ, ਕੀ ਮੈਂ ਜਾਣਕਾਰੀ ਲੈ ਸਕਦਾ, ਮੈਨੂੰ ਜਾਣਕਾਰੀ ਕੋਈ ਦੇਗਾ ਤੇ ਕੀ ਮੈਂ ਉਸਨੂੰ ਪਬਲਿਕ ਡੋਮੇਨ ਦੇ ਵਿੱਚ ਸ਼ੇਅਰ ਕਰ ਸਕਦਾ? ਇਹੀ ਤਾਂ ਸਵਾਲ ਹੈ। ਤੇ ਸਿੱਧੂ ਮੂਸੇਵਾਲਾ ਤੇ 450 ਲੋਕਾਂ ਦੀ ਜ਼ਿੰਦਗੀ ਹੈ ਤੇ ਉਹਨਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਹੋ ਰਿਹਾ ਸੀ। ਸਿੱਧੂ ਮੂਸੇਵਾਲਾ ਦੇ ਪਿੱਛੇ ਥੋੜੇ ਵੱਡੇ ਲੈਵਲ ਦੀ ਪਲੈਨਿੰਗ ਹੋ ਰਹੀ ਸੀ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਡੇਰਾ ਰਾਧਾ ਸਵਾਮੀ ਦੇ ਜਿਹੜੇ ਮੁਖੀ ਹੈਗੇ ਨੇ, ਉਹਨਾਂ ਦੇ ਪਿੱਛੇ ਵੀ ਲੋਕ ਹੋ ਸਕਦੇ ਨੇ ਜੋ ਕਿ ਉਹਨਾਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਸੋ ਇਹ ਤਾਂ ਗੱਲ ਹੁਣ ਸਰਕਾਰ ਦੀ ਇੱਛਾ ਸ਼ਕਤੀ ਤੇ ਹੈ ਕਿ ਉਹਨਾਂ ਨੇ 1 ਸਾਲ ਦੌਰਾਨ ਕੀ ਕਰਨਾ ਚਾਹੇ, ਉਹ ਪੜਤਾਲ ਕਰਨਾ ਵੀ ਚਾਹੁੰਦੇ ਸੀਗੇ ਜਾਂ ਇਹ ਆਸਪੈਕਟਸ ਦੇ ਉੱਤੇ ਕੋਈ ਜਾਣਨਾ ਨਹੀਂ ਚਾਹੁੰਦਾ। ਸਰਕਾਰ ਅੱਜ ਵੀ ਦਾਅਵਾ ਕਰ ਰਹੀ ਜੀ ਅਸੀਂ ਸਾਰੇ ਫੜ ਲਏ ਨੇ, ਇੱਕ ਅੱਧਾ ਰਹਿ ਗਿਆ ਗੋਲਡੀ ਬਰਾੜ, ਇਹਨੂੰ ਕਿਸੇ ਨਾ ਕਿਸੇ ਦਿਨ ਫੜ ਕੇ ਲਿਆਵਾਂਗੇ। ਸੋ ਉਹਨਾਂ ਦੇ ਪੱਖੋਂ ਤਾਂ ਜਾਂਚ ਮੁਕੰਮਲ ਹੋ ਚੁੱਕੀ ਹੈ ਤੇ ਲੇਕਿਨ ਪਰਿਵਾਰ ਈਵਨ ਲੋਕ ਸੰਤੁਸ਼ਟ ਨਹੀਂ ਹੈਗੇ ਨੇ। ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਲਈਏ, ਆਪਾਂ ਬੁੱਧੀਜੀਵੀ ਵਰਗ ਦੀ ਗੱਲ ਕਰ ਲਈਏ, ਮਿਊਜ਼ਿਕ ਇੰਡਸਟਰੀ ਦੀ ਗੱਲ ਕਰ ਲਈਏ, ਅੱਜ ਸੁਰੱਖਿਅਤ ਆਪਣੇ ਆਪ ਨੂੰ ਕੋਈ ਵੀ ਨਹੀਂ ਮੰਨਦਾ ਪਿਆ ਜੀ। ਰਿਤੇਸ਼ ਜੀ, ਜਿਵੇਂ ਤੁਸੀਂ ਕਈ ਪਹਿਲੂ ਲੈ ਕੇ ਆਏ ਹੋ, ਜਿਵੇਂ ਤੁਸੀਂ ਕਿਹਾ ਕਿ ਇੱਕ ਕੁਝ ਸਿਆਸਤਦਾਨ ਹੋ ਸਕਦੇ ਨੇ, ਕੁਝ ਹੋਰ ਵੱਡੇ ਲੈਵਲ ਦੀ ਕਨਸਪੀਰੇਸੀ ਵੀ ਹੋ ਸਕਦੀ ਹੈ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਜਨਤਕ ਕਿਸੇ ਲਈ ਹੋਰ ਸਟੈਂਡਰਡ ਨੇ ਤੇ ਕਿਸੇ ਲਈ ਹੋਰ ਸਟੈਂਡਰਡਸ ਨੇ। ਸੋ ਬੇਸਿਕਲੀ ਇਸ ਤਰ੍ਹਾਂ ਦੇ ਜਿਹੜੇ ਵਿਵਾਦਪੂਰਨ ਬਿਆਨ ਵੀ ਉਸ ਸਮੇਂ ਦਿੱਤੇ ਗਏ, ਪਰ 1 ਸਾਲ ਬਾਅਦ ਵੀ ਜਦੋਂ ਅਸੀਂ ਸਵਾਲਾਂ ਦੇ ਜਵਾਬ ਲੱਭ ਰਹੇ ਹਾਂ, ਉਹ ਜਵਾਬ ਸਾਨੂੰ ਅਜੇ ਤੱਕ ਨਹੀਂ ਮਿਲ ਰਹੇ। ਤੁਸੀਂ ਹੁਣੇ ਕਿਹਾ ਕਿ 95% ਜਿਹੜੇ ਇਹਦੇ ਵਿੱਚ ਇਨਵੋਲਵ ਸੀਗੇ ਅਪਰਾਧੀ, ਉਹਨਾਂ ਨੂੰ ਫੜ ਲਿਆ ਗਿਆ, ਪਰ ਗੋਲਡੀ ਬਰਾੜ ਅਜੇ ਵੀ ਫਰਾਰ ਹੈ। ਜਿਹੜੀ ਕਮਿਸ਼ਨ ਬਿਠਾਈ ਗਈ, ਉਹ ਕਮਿਸ਼ਨ ਕੰਮ ਕਰ ਰਹੀ ਹੈ, ਨਹੀਂ ਕਰ ਰਹੀ ਹੈ, ਅਜੇ ਤੱਕ ਕੁਝ ਨਹੀਂ ਬਿਠਾਈ ਨਹੀਂ ਗਈ, ਉਹ ਤਾਂ ਸਿੱਟ ਬਿਠਾਈ ਗਈ ਔਰ ਇਹਦੇ ਉੱਪਰ ਕੋਈ ਜਵਾਬਦੇਹੀ ਵੀ ਨਹੀਂ ਹੈ ਕਿ ਉਹ ਕਮਿਸ਼ਨ ਕਿਉਂ ਨਹੀਂ ਬਿਠਾਈ ਗਈ, ਉੱਤੇ ਕੰਮ ਕਿਉਂ ਨਹੀਂ ਹੋ ਰਿਹਾ। ਸਿਕਿਉਰਿਟੀ ਡਿਟੇਲਿੰਗ ਇਜ਼ ਦ ਡਿਫਰੈਂਟ ਕੁਐਸਚਨ, ਅਤੇ ਉਸ ਤੋਂ ਬਾਅਦ ਸਿਕਿਉਰਿਟੀ ਘਟਾਉਣ ਦੀ ਜਿਹੜੀ ਜਨਤਕ ਕੀਤੀ ਗਈ ਹੈ, ਉਹ ਇਜ਼ ਅ ਡਿਫਰੈਂਟ ਕੁਐਸਚਨ। ਦੋਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਰਕਾਰ ਦੇ ਖਿਲਾਫ। ਤੁਸੀਂ ਯੂ ਵਿਲ ਬੀ ਸਰਪ੍ਰਾਈਜ਼, ਜਿਹੜਾ ਤੁਸੀਂ ਗੱਲ ਕਰ ਰਹੇ ਦੋਵੇਂ ਅਲੱਗ-ਅਲੱਗ ਚੀਜ਼ਾਂ ਸੀ। ਇੱਕ ਤੇ ਆਪਾਂ ਗੱਲ ਕਰ ਲਈ, ਦੂਸਰਾ ਕੀ ਸੀ ਤੁਹਾਨੂੰ ਪਤਾ, ਪੰਜਾਬ ਦਾ ਜਿਹੜਾ ਉਸ ਵਕਤ DGP ਸੀ ਵਾਸ VK ਪਾਵਰਾ। VK ਪਾਵਰਾ ਨੂੰ ਲੰਬੀ ਛੁੱਟੀ ਤੇ ਭੇਜਤਾ ਗਿਆ, 2 ਮਹੀਨੇ ਦੀ ਲੰਬੀ ਛੁੱਟੀ ਤੇ ਚਲੇ ਗਏ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੁਝ ਹੋਰ ਵੀ ਘਟਨਾਵਾਂ 1-2 ਹੋਈਆਂ ਕਤਲ ਤੋਂ ਬਾਅਦ, ਹਾਂ। ਤੇ ਜਦੋਂ ਉਹਨਾਂ ਨੇ 2 ਮਹੀਨੇ ਦੀ ਲੰਬੀ ਛੁੱਟੀ ਤੋਂ ਬਾਅਦ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੌਰਾਨ ਉਹਨਾਂ ਨੇ ਮੌਜੂਦਾ ਜਿਹੜੇ DGP ਨੇ ਗੌਰਵ ਯਾਦਵ ਨੂੰ ਅਫੀਸ਼ੀਏਟਿੰਗ DGP ਬਣਾਤਾ ਗਿਆ। ਜਦੋਂ VK ਪਾਵਰਾ ਕਹਿੰਦੇ ਕਿ ਮੈਂ ਵਾਪਸ ਆ ਕੇ ਜੁਆਇਨ ਕਰਨਾ, ਉਹਨਾਂ ਨੂੰ ਇੱਕ ਨੋਟਿਸ ਭੇਜਤਾ ਗਿਆ ਵੀ ਤੁਹਾਡੇ ਕਾਰਜਕਾਲ ਦੌਰਾਨ ਲਾਅ ਐਂਡ ਆਰਡਰ ਖਰਾਬ ਹੁੰਦਾ ਹੈ ਜੀ, ਵਿਵਸਥਾ ਖਰਾਬ ਹੁੰਦੀ ਹੈ, ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ, ਦਿਸ ਐਂਡ ਦੈਟ। ਉਹਨਾਂ ਨੂੰ ਲੰਬੀ ਚੌੜੀ ਇੱਕ ਜੋ ਚਿੱਠੀ ਸਵਾਲ ਜਵਾਬ ਪੁੱਛ ਲਏ ਗਏ, ਉਹਨੂੰ ਦਬਾਅ ਪਾਇਆ ਗਿਆ। ਸੋ ਵਿੱਚ ਕਿ ਪੰਜਾਬ ਦਾ DGP ਇਸ ਬੇਸ ਉੱਤੇ ਹਟਾਇਆ ਗਿਆ ਸੀ। ਤੁਸੀਂ ਇਹ ਗੱਲ ਸਮਝੋ ਕਿ ਪੰਜਾਬ ਦੇ DGP ਨੂੰ ਇਸੇ ਆਧਾਰ ਉੱਤੇ ਹਟਾਇਆ ਗਿਆ। ਤੇ ਜੇ DGP ਨੂੰ ਹਟਾਉਣ ਦੀ ਐਡੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ, ਤੇ ਉਸ ਤੋਂ ਬਾਅਦ ਕੀ ਹੋਇਆ? ਦੀਪਕ ਟੀਨੂ ਜੀ ਜਿਹੜਾ ਭੱਜ ਗਿਆ, ਠੀਕ ਹੈ, CIA ਦੇ, ਠੀਕ ਹੈ। ਪੰਜਾਬ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਕਲੀਨ ਚਿੱਟ ਦੇਤੀ, ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ, ਇਟ ਮੀਨਸ ਕਿ ਕਿਸੇ ਸਿਕਿਉਰਿਟੀ ਦੀ ਡਿਟੇਲਸ ਤੁਸੀਂ ਡਿਸਕਸ ਕਰੋ।
ਸਭ ਤੋਂ ਵੱਡੀ ਗੱਲ ਕੀ ਹੋਈ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਬੈਠੇ ਹੋਏ 2 ਇੰਟਰਵਿਊਜ਼ ਹੋ ਜਾਂਦੀਆਂ ਨੇ। ਹਾਂ, ਇਹ ਐਕਚੁਅਲੀ ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀ ਕਿ ਇਹ ਜਿਹੜੀਆਂ ਇੰਟਰਵਿਊ ਕੀਤੀਆਂ ਨੇ, ਇਹ ਜੇਲ੍ਹ ਵਿੱਚ ਬੰਦ ਇਨਸਾਨ ਦੀ ਇੰਟਰਵਿਊ ਕਿਵੇਂ ਹੋਈ, ਇਸ ਨੂੰ ਕਿਸਨੇ ਅਪਰੂਵ ਕੀਤਾ, ਬ੍ਰੌਡਕਾਸਟ ਹੋਈ ਅਤੇ ਇਸ ਦੇ ਉੱਪਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਦੈਟ ਇਜ਼ ਵਟ ਵੀ ਐਂਡ ਪਰਿਵਾਰ ਕਿਉਂ ਨਹੀਂ ਰੋਏਗਾ? ਪਰਿਵਾਰ ਨੂੰ ਤੁਸੀਂ ਦੱਸੋ ਨਾ, ਤੁਸੀਂ ਕਮਿਸ਼ਨ ਆਫ ਇਨਕੁਆਇਰੀ ਨਹੀਂ ਬਣਾਈ, ਤੁਸੀਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਦਿੱਤੀ, ਤੁਹਾਡੇ ਮਿਨਿਸਟਰ ਨੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਜਸਟੀਫਾਈ ਕਰਤਾ ਕਿ ਸਿਕਿਉਰਿਟੀ ਡਿਟੇਲਸ ਕੋਈ ਗੱਲ ਹੀ ਨਹੀਂ, ਤੁਸੀਂ ਡੀਜੀਪੀ ਹਟਾ ਦਿੰਦੇ ਹੋ, ਤੁਹਾਡੀ ਕਸਟਡੀਆਂ ਦੇ ਵਿੱਚੋਂ ਗੈਂਗਸਟਰ ਭੱਜ ਜਾਂਦੇ ਨੇ, ਤੇ ਹੁਣ ਇੱਕ ਗੈਂਗਸਟਰ ਜੇਲ੍ਹ ਦੇ ਵਿੱਚੋਂ ਬੈਠ ਕੇ ਇੰਟਰਵਿਊ ਦੇ ਰਿਹਾ ਹੈ, ਉਹਦੀ ਇੰਟਰਵਿਊ ਪ੍ਰਾਈਮ ਟਾਈਮ ਟੈਲੀਵਿਜ਼ਨ ਦੇ ਉੱਤੇ, ਨੈਸ਼ਨਲ ਚੈਨਲ ਦੇ ਉੱਤੇ ਚੱਲ ਜਾਂਦੀ ਹੈ। ਅੱਜ 2.5 ਮਹੀਨੇ ਹੋ ਚੁੱਕੇ ਨੇ ਜੀ। ਇੱਕ ਸਪੈਸ਼ਲ ਡੀਜੀਪੀ ਨੂੰ ਲਾਇਆ ਗਿਆ ਉਸ ਮਾਮਲੇ ਦੀ ਜਾਂਚ ਕਰਨ ਲਈ ਕਿ ਇਹ ਪਤਾ ਕਰਾਂਗੇ ਵੀ ਕਿੱਥੇ ਹੋਈ ਇੰਟਰਵਿਊ। ਸਾਡੀ ਜੇਲ੍ਹਾਂ 'ਚ ਤੱਕ ਮੰਨਦੇ ਨਹੀਂ, ਪੰਜਾਬ ਪੁਲਿਸ ਨਹੀਂ ਮੰਨਦੀ, ਉੱਧਰ ਦਿੱਲੀ ਵਾਲੇ ਨਹੀਂ ਮੰਨਦੇ, ਕੋਈ ਨਹੀਂ ਮੰਨਦਾ ਵੀ ਸਾਡੇ ਜੇਲ੍ਹਾਂ 'ਚ ਵੀ। ਹੁਣ ਇਹਨਾਂ ਨੇ 2.5 ਮਹੀਨੇ ਇਸ ਨੂੰ ਕਵਰ ਅਪ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਕਰਨਗੇ। ਲਾਰੈਂਸ ਬਿਸ਼ਨੋਈ ਕੋਲ ਬੈਠਾ, ਉਹ ਦੱਸਣ ਨੂੰ ਤਿਆਰ ਬੈਠਾ ਵੀ ਮੇਰੇ ਤੋਂ ਪੁੱਛੇ ਤਾਂ ਸੀ ਕੋਈ ਕਿ ਮੈਂ ਇੰਟਰਵਿਊ ਕਿੱਥੇ ਦਿੱਤੀ। ਲਾਰੈਂਸ ਬਿਸ਼ਨੋਈ ਦੀ ਮਜਾਲ ਹੈ ਕਿ ਉਹ ਨਾ ਦੱਸੇ ਪੁਲਿਸ ਨੂੰ। ਜਿਹੜੇ ਪੱਤਰਕਾਰ ਨੇ ਇੰਟਰਵਿਊ ਕੀਤੀ, ਜਿਹੜੇ ਚੈਨਲ ਨੇ ਕੀਤੀ, ਉਹ ਵੀ ਦੱਸ ਸਕਦੇ ਨੇ ਜੇ ਤੁਸੀਂ ਉਹਨਾਂ ਤੋਂ ਪੁੱਛਣਾ ਚਾਹੋ। ਤੁਸੀਂ ਕੋਈ ਪ੍ਰੋਟੋਕਾਲ ਤੁਹਾਨੂੰ ਰੋਕਦਾ ਨਹੀਂ ਹੈ, ਕੋਈ ਜਰਨਲਿਜ਼ਮ ਦਾ ਐਸਾ ਪ੍ਰੋਟੋਕਾਲ ਨਹੀਂ। ਤੁਸੀਂ ਪਰਮੀਤ ਖੁਦ ਇੱਕ ਜਰਨਲਿਸਟ ਹੋ, ਤੁਸੀਂ ਜਾਂਦੇ ਹੋ ਇੰਟਰਵਿਊ ਕਰਦੇ ਹੋ, ਕੱਲ ਨੂੰ ਤੁਸੀਂ ਕੋਈ ਇੰਟਰਵਿਊ ਇੱਕ ਅਜਿਹੇ ਸਮੇਂ ਕਰ ਲਓ ਜਿਸਦਾ ਪ੍ਰਸਾਰਣ ਤੁਸੀਂ 6 ਮਹੀਨੇ ਬਾਅਦ ਕਰੋ, ਤੁਹਾਡੇ ਤੋਂ ਜੇ ਸਵਾਲ ਪੁੱਛਿਆ ਜਾਵੇ ਉਸ ਕਾਰਵਾਈ ਦਾ ਕਿ ਤੁਸੀਂ ਇਹ ਇੰਟਰਵਿਊ ਕਿਹੜੀ ਤਰੀਕ ਨੂੰ ਕੀਤੀ, ਕੀ ਐਜ਼ ਅ ਜਰਨਲਿਸਟ ਤੁਸੀਂ ਡਿਨਾਈ ਕਰੋਗੇ ਵੀ, ਇਹ ਦੱਸੋਗੇ ਵੀ ਮੈਂ ਇਹ ਨਹੀਂ ਦੱਸਦੀ ਵੀ ਮੈਂ ਕਦੋਂ ਕੀਤੀ ਇੰਟਰਵਿਊ? ਨਹੀਂ, ਬਿਲਕੁਲ ਮੇਰੇ ਬੇਸਿਕ ਪ੍ਰੋਟੋਕਾਲ 'ਚ ਕਿ ਵੈਨ ਐਂਡ ਵੇਅਰ ਆਈ ਡਿਡ ਦੈਟ ਇੰਟਰਵਿਊ, ਸੋ ਮੈਨੂੰ ਦੱਸਣਾ ਜ਼ਰੂਰੀ ਹੈ। ਵਿਚ ਇਜ਼ ਅ ਡੇਟ ਲਾਈਨ, ਰਾਈਟ? ਵੀ ਤੁਹਾਨੂੰ ਡੇਟ ਲਾਈਨ, ਤੁਹਾਡੀ ਟਾਈਮ ਲਾਈਨ ਬੜੀ ਕਲੀਅਰ ਹੋਣੀ ਚਾਹੀਦੀ। ਤੁਸੀਂ ਠੀਕ ਹੈ, ਤੁਹਾਨੂੰ ਐਜ਼ ਅ ਜਰਨਲਿਸਟ ਕੋਈ ਇਹ ਨਹੀਂ ਫੋਰਸ ਕਰ ਸਕਦਾ ਕਿ ਤੁਸੀਂ ਆਪਣਾ ਸੂਤਰ ਦੱਸੋ ਵੀ ਇਸ ਗੈਂਗਸਟਰ ਦੇ ਨਾਲ ਤੁਸੀਂ ਇੰਟਰਵਿਊ ਕੀਤੀ ਹੈ, ਇਸ ਕ੍ਰਿਮੀਨਲ ਦੇ ਨਾਲ ਤੁਸੀਂ ਗੱਲ ਕੀਤੀ, ਇਸ ਡਰੱਗ ਲਾਰਡ ਦੇ ਨਾਲ ਤੁਸੀਂ ਗੱਲ ਕੀਤੀ, ਉਹ ਕਿਹੜੇ ਸੋਰਸ ਨੇ ਤੁਹਾਨੂੰ ਕਨੈਕਟ ਕਰਾਇਆ, ਦਿਸ ਇਜ਼ ਯੋਰ ਸੋਰਸ। ਕੋਈ ਇਨਫੋਰਮੇਸ਼ਨ ਦੇ ਤੁਸੀਂ ਸੋਰਸਿਸ ਆਪਣੇ ਰੱਖ ਸਕਦੇ ਹੋ। ਬਟ ਜੇ ਤੁਸੀਂ ਇਹ ਕਹੋ ਕਿ ਮੈਂ ਇਹ ਨਹੀਂ ਦੱਸਦਾ ਕਿ ਮੈਂ ਇੰਟਰਵਿਊ ਕਦੋਂ ਕੀਤੀ, ਕਿਉਂਕਿ ਲਾਰੈਂਸ ਬਿਸ਼ਨੋਈ ਐਵਰ ਸਿੰਸ ਸਿੱਧੂ ਮੂਸੇਵਾਲਾ ਗਾਟ ਮਰਡਰਡ ਔਨ 29th of May 2022, ਉਸ ਤੋਂ 3 ਦਿਨ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਰਿਮਾਂਡ ਤੇ ਲੈ ਲਿਆ ਸੀ ਜੀ। ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਇੱਕ ਮਿੰਟ ਜਿੱਥੇ ਹੋ ਰਿਹਾ ਉਹ ਰਿਕਾਰਡ ਦੇ ਉੱਤੇ ਹੈ। ਉਹ ਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ, ਇੱਕ ਰਾਜ ਤੋਂ ਦੂਸਰੇ ਜਾਇਆ, ਚਾਹੇ ਉਹ ਜੈਪੁਰ ਗਿਆ, ਚਾਹੇ ਉਹ ਰਾਜਸਥਾਨ ਗਿਆ, ਚਾਹੇ ਉਹ ਚੰਡੀਗੜ੍ਹ ਆਇਆ, ਚਾਹੇ ਬੜੀ ਬਾਸ, ਤੇ ਉਹ ਤਾਂ ਰਿਕਾਰਡਡ ਹੈ। ਸੋ ਤੁਸੀਂ ਜੇ ਮੈਨੂੰ ਇੱਕ ਤਰੀਕ ਦੇ ਦਿਓ ਵੀ ਜੀ, ਪੱਤਰਕਾਰ ਹੋਣ ਦੇ ਨਾਤੇ ਤੁਸੀਂ ਮੈਨੂੰ ਇੱਕ ਤਰੀਕ ਦੱਸ ਦਿਓ ਜੀ, ਮੈਂ ਇਸ ਤਰੀਕ ਨੂੰ ਕੀਤੀ, ਆਟੋਮੈਟਿਕਲੀ ਮੈਂ ਸਮਝ ਜਾਵਾਂਗਾ ਕਿ ਉਸ ਰਾਤ ਨੂੰ ਤੂੰ ਕਿੱਥੇ ਸੀ ਜਾਂ ਉਸ ਦਿਨ ਕਿੱਥੇ ਸੀ। ਸੋ ਇਹ ਤਾਂ 2 ਮਿੰਟ ਦਾ ਕੁਐਸਚਨ ਹੈ। ਸੋ ਇਹ ਚੀਜ਼ ਦੇ ਉੱਤੇ ਸਵਾਲ ਸਰਕਾਰ ਨੂੰ 2.5 ਮਹੀਨੇ ਇੱਕ ਸਪੈਸ਼ਲ ਡੀਜੀ ਲਾਇਆ ਹੋਇਆ ਇਸ ਕੰਮ ਲਈ। ਸੋ ਡੀਜੀ ਇੱਥੇ ਇਨਵੈਸਟੀਗੇਸ਼ਨ ਕਰਨ ਲਈ ਨਹੀਂ, ਕਵਰ ਅਪ ਕਰਨ ਲਈ ਲਾਏ ਨੇ। ਮੈਂ ਬਾਕਾਇਦਾ ਇਹ ਗੱਲ ਨੂੰ ਜ਼ਿੰਮੇਵਾਰੀ ਨਾਲ ਇਸ ਵਾਸਤੇ ਕਹਿੰਦਾ ਕਿਉਂਕਿ ਇਹ ਤਾਂ 2 ਮਿੰਟ ਦਾ ਕੰਮ ਸੀਗਾ, ਅੱਧੇ ਘੰਟੇ ਦਾ ਕੰਮ ਸੀ, 1 ਘੰਟੇ ਦਾ ਕੰਮ ਸੀ। ਇੱਕ ਨਾਰਮਲ ਪੰਜਾਬ ਪੁਲਿਸ ਐਡੀ ਕੈਪੇਬਲ ਪੁਲਿਸ ਹੈ, ਉਹਨਾਂ ਨੂੰ ਤੁਸੀਂ ਦੋ, ਉਹਨਾਂ ਨੇ ਤੁਹਾਨੂੰ ਅੱਧੇ ਘੰਟੇ 'ਚ ਸਾਰੇ ਜਵਾਬ ਦੇ ਦੇਣੇ ਤੇ ਪਤਾ ਹੀ ਹੋਏਗਾ। ਲੇਕਿਨ ਦੈਟ ਇਜ਼ ਦ ਰੀਜ਼ਨ ਵਾਈ ਅੱਜ ਪਰਿਵਾਰ ਨੂੰ ਰੋਣਾ ਪੈ ਰਿਹਾ। ਸਾਨੂੰ ਕਈ ਵਾਰ ਇਹ ਲੱਗਦਾ ਹੈ, ਮੈਨੂੰ ਵੀ ਕਈ ਵਾਰ ਲੱਗਾ, ਹੁਣ ਜਿਵੇਂ ਬਲਕੌਰ ਸਿੰਘ, ਸਰਦਾਰ ਬਲਕੌਰ ਸਿੰਘ ਨੂੰ ਜਾਣਾ ਪਿਆ ਜਲੰਧਰ ਜ਼ਿਮਨੀ ਚੋਣ ਦੇ ਵਿੱਚ। ਜਦੋਂ ਬਲਕੌਰ ਸਿੰਘ ਨੇ ਪਹਿਲਾਂ ਗੱਲ ਕੀਤੀ ਸੀ, ਜਦੋਂ ਇਹ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਉਹਨਾਂ ਦੇ ਬੇਟੇ ਦੀ ਜਦੋਂ ਮੌਤ ਹੋਈ ਸੀ, ਸ਼ੁਰੂਆਤ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਪੂਰੀ ਇਨਕੁਆਇਰੀ ਕਰਾਂਗੇ ਅਤੇ ਉਹਨਾਂ ਨੇ ਭਰੋਸਗੀ ਜਿਹੜੀ ਜ਼ਾਹਿਰ ਕੀਤੀ ਸੀਗੀ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ, ਜਿਹੜੀ ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ ਸੀ, ਉਹਦੇ ਵਿੱਚ ਖਿਲਾਫ ਪ੍ਰਚਾਰ ਕੀਤਾ ਉਹਨਾਂ ਨੇ। ਕੀ ਤੁਹਾਡੇ ਅਨੁਸਾਰ ਇਸ ਦਾ ਕਾਰਨ ਰਿਹਾ, ਕਿਉਂ? ਦੇਖੋ, ਮੈਂ ਵੈਸੇ ਤਾਂ ਠੀਕ ਇਸ ਨੂੰ ਗਲਤ ਮੰਨਦਾ ਵੀ ਉਹਨਾਂ ਨੂੰ ਪੋਲਿਟਿਕਸ 'ਚ ਆਉਣਾ ਨਹੀਂ ਚਾਹੀਦਾ ਸਰਦਾਰ ਬਲਕੌਰ ਸਿੰਘ ਨੂੰ, ਲੇਕਿਨ ਨੌਬਤ ਕਿਉਂ ਆਈ? ਉਹਨਾਂ ਨੂੰ ਇਹ ਲੱਗਿਆ ਵੀ ਆਖਰੀ ਹੁਣ ਮੇਰੇ ਕੋਲ ਹੋਰ ਕੁਝ ਬਚਿਆ ਨਹੀਂ, ਕਿਉਂਕਿ ਜਦੋਂ ਲਾਰੈਂਸ ਦੀ ਇੰਟਰਵਿਊ ਆ ਗਈ ਉਸ ਤੋਂ ਬਾਅਦ ਪਰਿਵਾਰ ਨੂੰ ਇਹ ਭਰੋਸਾ ਹੋ ਗਿਆ ਕਿ ਵੀ ਇਹ ਸਾਜ਼ਿਸ਼ ਸਿਰਫ ਕੁਝ ਸ਼ੂਟਰਾਂ ਨੇ ਇਕੱਠੇ ਰਲ ਕੇ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਕੀਤਾ, ਬਲਕਿ ਇਹਦੇ ਪਿੱਛੇ ਕੋਈ ਹੋਰ ਵੱਡੀ ਤਾਕਤ ਹੈ। ਕਿਉਂਕਿ ਜਿਹੜੀ ਅੱਜ ਲਾਰੈਂਸ ਬਿਸ਼ਨੋਈ ਤੋਂ ਜੇਲ੍ਹ ਦੇ ਵਿੱਚ ਬੈਠ ਕੇ ਇੰਟਰਵਿਊ ਕਰਵਾ ਰਹੀ ਹੈ, ਜਿਹੜੀ ਤਾਕਤਾਂ ਇਸ ਮਾਮਲੇ ਦੇ ਵਿੱਚ, ਇਸ ਕੇਸ ਨੂੰ ਕਦੇ ਸੀਬੀਆਈ ਨੂੰ ਹੈਂਡਓਵਰ ਹੀ ਨਹੀਂ। ਯੂ ਵਿਲ ਬੀ ਸਰਪ੍ਰਾਈਜ਼ਡ ਕਿ ਜਿਹੜੀ NIA ਹੈ ਸਾਡੀ ਇੰਡੀਆ ਦੀ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਉਸਨੇ 2 ਅਲੱਗ ਮੁਕੱਦਮੇ ਹੋਰ ਰਜਿਸਟਰ ਕਰਵਾ ਕੇ ਉਹਨਾਂ ਦੀ ਤਫਤੀਸ਼ ਆਪਣੇ ਹੱਥ ਵਿੱਚ ਲਈ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਆਲਮੋਸਟ ਸਾਰੇ ਗੈਂਗਸਟਰਾਂ ਦੇ ਖਿਲਾਫ ਚਾਰਜਸ਼ੀਟਾਂ ਦਿੱਤੀਆਂ ਨੇ, ਚਾਰਜਸ਼ੀਟਾਂ ਫਾਈਲ ਹੋ ਗਈਆਂ, ਪਿਛਲੇ 7-8 ਮਹੀਨੇ ਦੀ ਕਾਰਵਾਈ ਹੋਈ। ਲੇਕਿਨ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦਾ ਲੈਵਲ ਉਹ ਨਹੀਂ ਰਹਿ ਪਾਇਆ। ਸੋ ਮਾਨਸਾ ਪੁਲਿਸ ਤੱਕ ਹੀ ਰਹੀ। ਇਸ ਨੂੰ ਇੱਕ ਲੋਕਲ ਜਿਹੇ ਲੈਵਲ ਦੀ ਇੱਕ ਗੈਂਗ ਵਾਰ ਕਹਿ ਲਓ, ਜਾਂ ਜੋ ਵੀ ਸੀ ਵੀ ਗੈਂਗਸਟਰਾਂ ਨੇ ਇਕੱਠੇ ਮਿਲ ਕੇ ਰਲ ਕੇ ਮਾਰਤਾ। ਹੁਣ ਜੇ ਗੋਲਡੀ ਬਰਾੜ ਫੜਿਆ ਜਾਵੇ ਤਾਂ ਮੈਨੂੰ ਲੱਗਦਾ ਹੈ 10 ਚੈਪਟਰ ਵਿਲ ਬੀ ਕਲੋਜ਼ਡ ਐਜ਼ ਫਾਰ ਐਜ਼ ਪੰਜਾਬ ਗਵਰਨਮੈਂਟ ਇਜ਼ ਕੰਸਰਨਡ। ਲੇਕਿਨ ਹੁਣ ਪਿੱਛੇ ਤਾਂ ਬਹੁਤ ਕੁਝ ਹੋ ਸਕਦਾ। ਉਸ ਨੂੰ ਮਾਰਨਾ, ਉਸ ਦੇ ਨਾਲ ਜਿਹੜੀ ਹੋਈ ਪੂਰਾ ਇੱਕ ਇਕਨੋਮੀ ਜੁੜ ਗਈ ਸੀ। ਸਿੱਧੂ ਮੂਸੇਵਾਲਾ ਦੀ ਕਾਮਯਾਬੀ, ਉਸ ਦੀ ਤਰੱਕੀ ਤੇ ਉਹਦੀ ਜਿਹੜੀ ਪ੍ਰੋਡਕਸ਼ਨ ਸੀਗੀਆਂ, ਉਸ ਦੇ ਚਲਦੇ ਬਹੁਤ ਸੇ ਅਜਿਹੇ ਸਿੰਗਰ ਵੀ ਰੈਲੇਵੈਂਟ ਨਹੀਂ ਸੀ ਰਹਿ ਗਏ ਟੂ ਦ ਐਕਸਟੈਂਟ ਕਿ ਉਹ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗਾਣੇ ਕੱਢ ਰਿਹਾ ਸੀ। ਉਹ ਆਲਮੋਸਟ ਔਨ ਅ ਵੀਕਲੀ ਬੇਸਿਸ ਕੋਈ ਨਾ ਕੋਈ ਨੰਬਰਸ ਦੇ ਰਿਹਾ ਸੀ ਜੋ ਕਿ ਚੰਗੇ ਕਾਮਯਾਬ ਸੀ।
ਸੋ ਇਹਦੇ ਪਿੱਛੇ ਕੀ ਕੋਈ ਉਸ ਤਰੀਕੇ ਦੀ ਕੰਪੀਟੀਸ਼ਨ ਦੀ ਭਾਵਨਾ ਰਹੀ ਹੋ ਸਕਦੀ ਹੈ, ਜਾਂ ਕਿਸੇ ਨੇ ਕੰਟਰੈਕਟ ਕਿਲਿੰਗ ਵਗੈਰਾ ਕਰਾਈ ਹੈ ਨਾ, ਗੈਂਗਸਟਰ ਬਿਨਾਂ ਪੈਸੇ ਤੋਂ। ਹਾਲਾਂਕਿ ਗੋਲਡੀ ਨੇ ਮੈਨੂੰ ਜਿੰਨੇ ਵਾਰ ਵੀ ਕਿਹਾ, ਉਹਨੇ ਹਮੇਸ਼ਾ ਇਹ ਕਰਨ ਦੀ ਕੋਸ਼ਿਸ਼ ਕੀਤੀ, ਈਵਨ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਵੀ ਖਾਧੀ ਫੋਨ ਦੇ ਉੱਤੇ। ਲੇਕਿਨ ਵੀ ਡੋਂਟ ਬਿਲੀਵ ਦੈਟ ਟੂ ਦ ਐਕਸਟੈਂਟ ਕਿ ਉਹਨਾਂ ਨੂੰ ਵਰਤਿਆ ਗਿਆ ਜਾਂ ਉਹ ਵਰਤੇ ਗਏ। ਪਿੱਛੇ ਕੌਣ ਲੋਕ ਕੰਮ ਕਰਾ ਜਾਂਦੇ ਨੇ, ਬਹੁਤ ਸੀ ਚੀਜ਼ਾਂ ਇਸ ਤਰੀਕੇ ਦੀਆਂ ਹੁੰਦੀਆਂ ਨੇ ਵੀ ਜਿਹੜਾ ਹਥਿਆਰ ਵਰਤਿਆ ਜਾ ਰਿਹਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਪਿੱਛੇ ਕੋਈ ਤਾਕਤ ਹੈ। ਸੋ ਆ ਜਿਹੜੇ ਹੁਣ ਜੋ ਕਵਰ ਅਪ ਦੀ ਪਿਛਲੇ 1 ਸਾਲ ਦੇ ਵਿੱਚ ਜੋ ਕੁਝ ਹੋਇਆ ਹੈ, ਇਟਸ ਮੋਰ ਆਫ ਅ ਕਵਰ ਅਪ ਦੈਨ ਐਨ ਇਨਵੈਸਟੀਗੇਸ਼ਨ। ਇਨਵੈਸਟੀਗੇਸ਼ਨ ਤਾਂ 2 ਘੰਟੇ ਬਾਅਦ ਅਸੀਂ ਕਲੀਅਰ ਕਰਤੀ ਸੀ, ਜਦੋਂ ਅਸੀਂ ਗੋਲਡੀ ਬਰਾੜ ਦੇ ਬਾਰੇ ਦੱਸਤਾ ਸੀ। ਅੱਜ ਉੱਥੇ ਸੂਈ ਉੱਥੇ ਹੀ ਖੜੀ ਹੈ, ਲਿਟਰਲੀ ਦੈਟ ਇਜ਼ ਦ ਸਿਚੁਏਸ਼ਨ। ਠੀਕ ਹੈ, ਰੈਸਟ ਰਿਮੇਨਸ, ਜਿਹਨੂੰ ਕਹਿੰਦੇ ਕਿ ਉਹ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ, ਐਨਕਾਊਂਟਰ ਹੋਏ, ਗੈਂਗਸਟਰ ਮਰੇ ਵੀ, 2 ਮਾਰੇ ਵੀ ਗਏ, ਉਹ ਸਾਰੀਆਂ ਚੀਜ਼ਾਂ ਹੋਈਆਂ। ਲੇਕਿਨ ਬ੍ਰੌਡਲੀ ਉਹੀ ਗੱਲਾਂ ਬਾਤਾਂ ਹੈਗੀਆਂ ਅੱਜ ਤੱਕ ਖੜੀਆਂ ਨੇ। ਹੁਣ ਤਾਂ ਕੁਝ ਨਵਾਂ ਕੱਢਣ ਦੀ ਗੱਲ ਹੈ ਵੀ ਕੁਝ ਨਵਾਂ ਕੀ ਕੁਝ ਕੱਢਿਆ ਜਾ ਸਕਦਾ। ਕੈਨ ਯੂ ਗੈਟ ਟੂ ਦ ਬਾਟਮ ਆਫ ਵਟ ਲੈਡ ਟੂ ਦਿਸ ਮਰਡਰ? ਸੋ ਉਸ ਪੱਖੋਂ ਮੇ ਬੀ ਦ ਫੈਮਿਲੀ ਹੈਜ਼ ਜਿਹੜੇ ਗ੍ਰੀਵਾਂਸਿਸ ਨੇ, ਐਂਡ ਔਨ ਟੌਪ ਆਫ ਇਟ ਤੁਸੀਂ ਅੱਜ ਇੱਕ ਵੱਖਰਾ ਹੀ ਨੈਰੇਟਿਵ ਤੋਰਤਾ ਵੀ ਤੁਸੀਂ ਗੈਂਗਸਟਰਾਂ ਦੇ ਇੰਟਰਵਿਊ ਵੀ ਹੋ ਗਏ, ਤੇ ਹੁਣ ਈਵਨ ਇੱਥੋਂ ਤੱਕ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ ਵੀ ਸਿੱਧੂ ਮੂਸੇਵਾਲਾ ਦੇ ਤਾਰ ਕਿਸੇ ਹੋਰ ਗੈਂਗਸ ਦੇ ਨਾਲ ਜੁੜਦੇ ਸੀਗੇ। ਉਸ ਕਿਸਮ ਦੀਆਂ ਜਿਹੜੀਆਂ ਲਿੰਕੇਜਸ ਕਈ ਵਾਰ ਰਹੀਆਂ ਵੀ ਹੋ ਸਕਦੀਆਂ ਨੇ। ਆਪਾਂ ਇੱਕ ਕਲੀਨ ਚਿੱਟ ਨਹੀਂ ਦੇ ਸਕਦੇ ਵੀ ਸਿੱਧੂ ਮੂਸੇਵਾਲਾ ਅੱਜ ਨਹੀਂ ਰਹੇ ਨੇ ਤਾਂ ਆਪਾਂ ਠੀਕ ਹੈ ਉਹ ਗੱਲ ਕਰੀਏ ਨਾ। ਸੋ ਦੈਟ ਇਜ਼ ਨਾਟ, ਬਟ ਮੈਂ ਵੀ ਜਿੰਨਾ ਮੈਂ ਹਾਲੇ ਸਮਝ ਪਾਇਆ ਹੈ, ਮੇਰੇ ਕੋਲ ਕੋਈ ਐਸਾ ਕ੍ਰੈਡੀਬਲ ਆਧਾਰ ਮਿਲਿਆ ਨਹੀਂ ਹੈ ਕਿ ਆਪਾਂ ਉਹਨਾਂ ਕਨੈਕਸ਼ਨਸ ਨੂੰ ਬਹੁਤ ਨੇੜਤਾ ਦੇ ਨਾਲ ਸਥਾਪਿਤ ਕਰੀਏ। ਜੇ ਹੋਏਗਾ ਤਾਂ ਆਪਾਂ ਜ਼ਰੂਰ ਉਸ ਚੀਜ਼ ਨੂੰ ਹਾਈਲਾਈਟ ਕਰਾਂਗੇ। ਲੇਕਿਨ ਐਜ਼ ਆਫ ਨਾਓ ਦੇਖੋ ਨਾ, ਤੁਸੀਂ ਕਿਸੇ ਮਰਡਰ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਕਿਸੇ ਦੇ ਕਿਸੇ ਗੈਂਗਸਟਰ ਦੇ ਨਾਲ, ਕਿਸੇ ਅੰਡਰਵਰਲਡ ਦੇ ਨਾਲ ਜੇ ਤਾਰ ਜੁੜ ਵੀ ਜਾਂਦੇ ਨੇ ਤਾਂ ਵੀ ਯੂ ਕੈਨ ਨਾਟ ਜਸਟੀਫਾਈ ਦਿਸ ਬਰੂਟਲ ਕਿਲਿੰਗ। ਐਂਡ ਇਟ ਵਾਜ਼, ਮੈਂ ਬਾਰ-ਬਾਰ ਇਹ ਕਹਿੰਦਾ ਕਿ ਪੰਜਾਬ ਦਾ ਨਹੀਂ ਬਲਕਿ ਪੂਰੇ ਇੰਡੀਆ ਦਾ ਪਿਛਲਾ 25-30 ਸਾਲਾਂ ਦਾ ਤੁਸੀਂ ਹਿਸਟਰੀ ਚੱਕ ਲਓ, ਉਸ ਦੇ ਵਿੱਚ ਮੈਨੂੰ ਕੱਢ ਕੇ ਦਿਖਾਓ। ਅਤੀਕ ਅਹਿਮਦ ਦੀ ਪਿੱਛੇ ਹੋਈ ਆ ਵੀ ਸਿੱਧੂ ਮੂਸੇਵਾਲਾ ਤੋਂ ਬਾਅਦ, ਉਸ ਤੋਂ ਪਹਿਲਾਂ 25 ਸਾਲਾਂ ਦੇ ਵਿੱਚ ਪੰਜਾਬ ਜਾਂ ਇੰਡੀਆ ਦੇ ਵਿੱਚ ਕੋਈ ਐਡੀ ਵੱਡੀ ਅਸੈਸੀਨੇਸ਼ਨ ਨਹੀਂ ਹੋਈ। ਬੇਅੰਤ ਸਿੰਘ ਨੂੰ ਮੈਂ ਮੰਨਦਾ ਵੀ ਬੇਅੰਤ ਸਿੰਘ ਨੂੰ ਜਦੋਂ ਮਾਰਿਆ ਜਾਂਦਾ ਪੰਜਾਬ ਦੇ, ਉਹ ਇਟ ਵਾਜ਼ ਅ ਟੈਰਰ ਐਕਟ, ਰਾਈਟ। ਲੇਕਿਨ ਸਿੱਧੂ ਮੂਸੇਵਾਲਾ ਦੀ ਅਸੈਸੀਨੇਸ਼ਨ ਇੰਡੀਆ ਦੇ ਇਤਿਹਾਸ ਦੀ ਇੱਕ ਬਹੁਤ ਮੇਜਰ ਅਸੈਸੀਨੇਸ਼ਨ ਹੈ, ਇਹਨਾਂ ਤਕਰੀਬਨ 2-2.5 ਦਹਾਕਿਆਂ ਦੀ। ਸੋ ਇਸ ਕੇਸ ਨੂੰ ਤੁਸੀਂ ਕਿੰਨੀ ਕੁ ਸਹਿਰਤਾ ਦੇ ਨਾਲ ਲੈ ਰਹੇ ਹੋ, ਸਮਝ ਰਹੇ ਹੋ, ਨੈਰੇਟਿਵ ਦੇ ਨਾਲ ਨੈਰੇਟਿਵ ਕੱਟਣ ਦੀ ਕੋਸ਼ਿਸ਼ ਕਰ ਰਹੇ ਹੋ। ਕੋਸ਼ਿਸ਼ਾਂ ਉੱਥੇ ਤੱਕ ਲਿਮਿਟ ਰਹਿ ਗਈਆਂ ਨੇ। ਇਮਾਨਦਾਰ ਦੇ ਨਾਲ ਜੇ ਸਰਕਾਰ ਕੰਮ ਕਰੇ, ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਦੇ ਵਿੱਚ ਤੱਥ ਨਹੀਂ ਕੱਢੇ ਜਾ ਸਕਦੇ। ਯੂ ਕੈਨ ਗੈਟ ਟੂ ਦ ਬਾਟਮ ਆਫ ਰਿਐਲਿਟੀ। ਜਸਟ ਟੂ ਰਿਫਰੈਸ਼ ਆਰ ਮੈਮਰੀ, ਜਦੋਂ ਗੋਲਡੀ ਬਰਾੜ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਸੀ ਇਸ ਦੀ, ਉਹਨਾਂ ਨੇ ਰੀਜ਼ਨ ਕੀ ਸਟੇਟ ਕੀਤਾ ਸੀ ਉਦੋਂ? ਉਹਦੇ 3-4 ਰੀਜ਼ਨ ਦੱਸੇ ਸੀ ਉਹਨੇ, ਤੇ ਕਨਫਲਿਕਟਿੰਗ ਰੀਜ਼ਨ ਸੀਗੇ। ਤੇ ਰੀਜ਼ਨ ਇੱਕ ਦੱਸਿਆ ਕਿ ਉਹਦਾ ਭਰਾ ਸੀਗਾ, ਪਹਿਲਾਂ ਤਾਂ ਉਹਨੇ ਵਿੱਕੀ ਮਿੱਡੂ ਖੇੜਾ ਦਾ ਜ਼ਿਕਰ ਕੀਤਾ ਕਿ ਇਹਨੇ ਸਾਡੇ ਭਰਾਵਾਂ ਨੂੰ ਮਾਰਤਾ ਜਾਂ ਮਰਵਾ ਦਿੱਤਾ। ਠੀਕ ਹੈ, ਵਿੱਕੀ ਮਿੱਡੂ ਖੇੜਾ ਜਿਸ ਦਾ ਕਤਲ ਅਗਸਤ 2021 ਦੇ ਵਿੱਚ ਹੋਇਆ ਸੀ। ਸੋ ਉਹ ਇੱਕ ਵੱਖਰੀ ਘਟਨਾ ਚੱਕਰ ਸੀ, ਤੇ ਇੱਕ ਕਾਮਨ ਬੰਦਾ ਜੁੜਦਾ ਸੀ, ਸ਼ਗਨਪ੍ਰੀਤ ਸਿੰਘ, ਜੋ ਕਿ ਅੱਜ ਤੱਕ ਆਸਟ੍ਰੇਲੀਆ ਭੱਜਿਆ ਹੋਇਆ। ਸੋ ਉਸ ਦੀ ਵਜ੍ਹਾ ਦੇ ਨਾਲ ਜਿਹੜਾ ਲਿੰਕ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੁੜਦਾ ਵੀ ਹੈ ਕੁਛ ਹੱਦ ਤੱਕ, ਕਿਉਂਕਿ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕੰਮਕਾਜ ਦੇਖਦਾ ਸੀ। ਉਹਦਾ ਮੈਨੇਜਰ ਨਹੀਂ ਸੀ, ਲੇਕਿਨ ਹੀ ਵਾਜ਼ ਨੈਵਰਦਲੈਸ ਅਟੈਚਡ। ਸੋ ਉਹ ਚੀਜ਼ਾਂ ਕਲੀਅਰ ਹੈਗੀਆਂ ਨੇ। ਲੇਕਿਨ ਕਿਉਂਕਿ ਸ਼ਗਨਪ੍ਰੀਤ ਆਸਟ੍ਰੇਲੀਆ ਚਲਾ ਜਾਂਦਾ ਤੇ ਗੋਲਡੀ ਬਰਾੜ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦਾ ਕਿ ਵਿੱਕੀ ਮਿੱਡੂ ਖੇੜਾ ਮਰਵਾਇਆ, ਉਹ ਸਾਡਾ ਭਰਾ ਸੀ, ਸ਼ਗਨਪ੍ਰੀਤ ਨੇ ਮਰਵਾਇਆ। ਅਪੈਰੈਂਟਲੀ ਉਹਦਾ ਖਦਸ਼ਾ ਸੀ ਵੀ ਸਿੱਧੂ ਮੂਸੇਵਾਲਾ ਦੇ ਕਹੇ ਤੇ ਮਰਵਾਇਆ ਹੋ ਸਕਦਾ ਹੈ, ਵਿਚ ਇਜ਼ ਨਾਟ ਵੈਰੀਫਾਈਡ, ਰਾਈਟ। ਉਹ ਸਾਨੂੰ ਨਹੀਂ ਪਤਾ ਕੀ ਹੈ, ਨਾ ਸਿੱਧੂ ਹੈ। ਸ਼ਗਨਪ੍ਰੀਤ ਸਾਇਲੈਂਟ ਹੈ। ਤੁਸੀਂ ਦੇਖੋ ਵੀ ਸ਼ਗਨਪ੍ਰੀਤ ਨੇ ਇੱਕ ਇੰਟਰਵਿਊ ਚੈਨਲ ਦੇ ਉੱਤੇ ਦਿੱਤੀ ਹੈ, ਜਿਸ ਇੰਟਰਵਿਊ ਦੇ ਵਿੱਚ ਉਸ ਤੋਂ ਸਹੀ ਸਵਾਲ ਪੁੱਛੇ ਨਹੀਂ ਗਏ ਜੀ। ਤੇ ਸ਼ਗਨਪ੍ਰੀਤ ਚੁੱਪ ਕਰ ਜਾਂਦਾ ਹੈ। ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਹੈ। ਸੋ ਉਸ ਐਲੀਗੇਸ਼ਨ ਦਾ ਜਵਾਬ ਤਾਂ ਜਿਹੜੇ ਲੋਕ ਦੇ ਸਕਦੇ ਨੇ ਉਹੀ ਦੇ ਸਕਦੇ ਨੇ। ਇਹ ਤਾਂ ਗੋਲਡੀ ਬਰਾੜ ਦਾ ਹੈ। ਦੂਸਰਾ, ਉਸਨੇ ਰੀਜ਼ਨ ਦੱਸਿਆ ਕਿ ਕੁਝ ਸਾਲ ਪਹਿਲਾਂ ਉਹਦਾ ਭਰਾ ਕਜ਼ਨ ਜਿਹੜਾ ਸੀ ਗੁਰਲਾਲ ਬਰਾੜ, ਉਸ ਨੂੰ ਮਾਰਿਆ ਜਾਂਦਾ ਹੈ, ਚੰਡੀਗੜ੍ਹ ਦੇ ਵਿੱਚ ਕਿਲਿੰਗ ਕਰਾਈ ਗਈ। ਉਸ ਨੂੰ ਇੱਕ ਆਪੋਜੀਸ਼ਨ ਗੈਂਗ, ਬੰਬੀਹਾ ਗੈਂਗ ਤੇ ਲੱਕੀ ਪਟਿਆਲ ਨੇ ਮਰਵਾਇਆ ਸੀ। ਸੋ ਸਿੱਧੂ ਦੀ ਨੇੜਤਾ ਇਹਨਾਂ ਦੇ ਨਾਲ ਮੰਨੀ ਜਾਂਦੀ ਹੈ, ਦਿਖਾਈ ਜਾਂਦੀ ਹੈ, ਜਾਂ ਕੁਝ ਹੱਦ ਤੱਕ ਕੁਝ ਤਾਰ ਜੁੜਦੇ ਵੀ ਨੇ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ ਕਿ ਉਸ ਲੈਵਲ ਦੇ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਕੁਝ ਲਿੰਕੇजेस ਹੈਗੇ ਨੇ ਜਿਨ੍ਹਾਂ ਨੂੰ ਐਲਐਲਏ ਖੁੱਲ੍ਹ ਕੇ ਐਕਸਪ੍ਰੈਸ ਨਹੀਂ ਕੀਤਾ ਗਿਆ। ਸੋ ਇਹ 2 ਮੋٹے-ਮੋٹے ਕਾਰਨ ਦੱਸੇ ਸੀਗੇ, ਐਂਡ ਇਸ ਤੋਂ ਇਲਾਵਾ ਤਾਂ ਹੋਰ ਕੋਈ ਗੱਲਬਾਤ ਨਹੀਂ ਸੀ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਈ ਪਹਿਲੂ ਹੋ ਸਕਦੇ ਨੇ, ਪਰ ਗੱਲ ਅਜੇ ਵੀ ਉੱਥੇ ਹੀ ਬਣਦੀ ਹੈ ਰਿਤੇਸ਼ ਜੀ ਕਿ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ ਨੇ। ਬਿਲਕੁਲ, ਕਾਰਵਾਈ ਹੋ ਰਹੀ ਹੈ, ਨਹੀਂ ਹੋ ਰਹੀ ਹੈ, ਅਤੇ ਅੱਜ 1 ਸਾਲ ਬਾਅਦ ਵੀ ਸਰਕਾਰ ਵੱਲੋਂ ਕੋਈ ਅਪਡੇਟ ਨਹੀਂ ਦਿੱਤਾ ਗਿਆ ਇਸ ਬਾਬਤ। ਸਰਕਾਰ ਤਾਂ ਬਸ ਉੱਥੇ ਹੀ ਸੂਈ ਅੜੀ ਹੋਈ ਹੈ ਵੀ ਅਸੀਂ ਕਰ ਲਿਆ ਕੰਮ, ਅਸੀਂ ਦੇਖੋ ਜ਼ਿਆਦਾਤਰ ਫੜ ਲਏ ਨੇ। ਬਾਕੀ ਗੋਲਡੀ ਬਰਾੜ ਦੀ ਜਿਹੜੀ ਐਕਸਟ੍ਰੈਡੀਸ਼ਨ ਹੈ, ਕਿਉਂਕਿ ਉਸਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਤਾ ਸੀ ਇਹਨਾਂ ਨੇ ਜੂਨ ਦੇ ਪਹਿਲੇ ਹਫ਼ਤੇ ਵਿੱਚ, ਜਦੋਂ ਮਰਡਰ ਹੁੰਦਾ। ਉਸ ਤੋਂ ਬਾਅਦ ਗੋਲਡੀ ਬਰਾੜ ਤੇ ਹਰਵਿੰਦਰ ਰਿੰਦੇ ਦਾ ਦੋਵਾਂ ਦਾ ਇਕੱਠਾ ਹੀ ਉਸ ਤੋਂ ਪਹਿਲਾਂ ਰੈੱਡ ਕਾਰਨਰ ਨੋਟਿਸ ਨਹੀਂ ਸੀ।
ਸੋ ਉਹ ਨੋਟਿਸ ਜਾਰੀ ਕਰਤਾ ਗਿਆ। ਉਸ ਰੈੱਡ ਕਾਰਨਰ ਨੋਟਿਸ ਦੇ ਜ਼ਰੀਏ ਆਪਾਂ ਹੁਣ ਜਿਵੇਂ ਆਪਾਂ ਕੈਨੇਡਾ ਦੇ ਵਿੱਚ 1 ਮਹੀਨਾ ਪਹਿਲਾਂ ਇੱਕ ਡਿਵੈਲਪਮੈਂਟ ਹੋਈ ਹੈ ਜੀ ਕਿ ਗੋਲਡੀ ਬਰਾੜ ਨੂੰ ਉਸੇ ਰੈੱਡ ਕਾਰਨਰ ਨੋਟਿਸ ਦੇ ਬੇਸ ਉੱਤੇ ਇੱਕ ਵਾਂਟਡ ਦੀ ਕੈਟਾਗਰੀ ਦੇ ਵਿੱਚ ਲਿਆਂਦਾ ਗਿਆ ਹੈ। ਸੋ ਉਹ ਜਿੰਨੇ ਵੀ ਕ੍ਰਿਮੀਨਲਸ ਇੱਥੋਂ ਦੇ ਮੋਸਟ ਵਾਂਟਡ ਨੇ, ਸੋ ਗੋਲਡੀ ਬਰਾੜ ਫਿਗਰਸ ਇਨ देयर ਬਿਕੋਜ਼ ਆਫ दैट ਮਰਡਰ ਕੇਸ। ਅਦਰਵਾਈਜ਼ ਦੋ ਹੀ ਸਿਰਫ ਉਸ ਲਿਸਟ ਜਿਹੜਾ ਬੋਲੋ ਪ੍ਰੋਗਰਾਮ ਦੇ ਤਹਿਤ 2 ਕ੍ਰਿਮੀਨਲ ਸੀਗੇ, ਇੱਕ ਅਮਰੀਕਾ ਦਾ ਕ੍ਰਿਮੀਨਲ ਸੀ ਤੇ ਇੱਕ ਇੰਡੀਆ ਦਾ ਗੋਲਡੀ ਬਰਾੜ ਸੀ। ਬਾਕੀ ਸਾਰੇ ਤਾਂ ਕੈਨੇਡੀਅਨ ਹੀ ਲੋਕ ਹੈਗੇ ਨੇ, ਇੱਥੋਂ ਦੇ ਕ੍ਰਿਮੀਨਲਸ ਇੱਥੋਂ ਦੇ ਅਪਰਾਧਾਂ ਦੇ ਵਿੱਚ ਨੇ। ਲੇਕਿਨ 2 ਅਜਿਹੇ ਬਾਅਦ ਕ੍ਰਿਮੀਨਲ ਸੀ ਜੋ ਕਿ ਅਮਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਕ੍ਰਾਈਮ ਕਰਕੇ ਇੱਥੇ ਬੈਠੇ ਨੇ। ਹੁਣ ਉਹਨਾਂ ਦੇ ਵਿੱਚ ਗੋਲਡੀ ਬਰਾੜ ਹੈ। ਸੋ ਸਰਕਾਰ ਦੀ ਹੁਣ ਗੋਲਡੀ ਬਰਾੜ ਤੋਂ ਅੱਗੇ ਕਹਾਣੀ ਦਾ ਅਗਲਾ ਚੈਪਟਰ ਗੋਲਡੀ ਬਰਾੜ ਹੈ, ਤੇ ਜੇ ਉਹ ਫੜਿਆ ਜਾਂਦਾ ਤਾਂ ਉਸ ਤੋਂ ਫਿਰ ਅੱਗੇ ਪੁਲਿਸ ਦੀ ਤਫਤੀਸ਼ ਚੱਲੇਗੀ। ਜੇ ਸਰਕਾਰ ਕੁਝ ਕਰਨਾ ਚਾਹੇ ਤਾਂ ਬਹੁਤ ਕੁਝ ਕਰ ਸਕਦੀ ਹੈ। ਤੁਸੀਂ ਦੇਖੋ ਨਾ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ, ਸਰਦਾਰ ਬਲਤੇਜ ਸਿੰਘ ਪੰਨੂ ਸਾਹਿਬ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਫੰਕਸ਼ਨਰੀਜ਼ ਦਾ ਉਹਨਾਂ ਸੂਚੀਆਂ ਨੂੰ ਉਹ ਕਰਨਾ। ਸਭ ਤੋਂ ਬੜਾ ਸਵਾਲ ਹੈ ਵੀ ਜਿਹੜੀ ਇੰਟੈਲੀਜੈਂਸ ਇਨਪੁਟ ਜਿਸ ਦੇ ਬੇਸ ਉੱਤੇ ਤੁਹਾਡੀ ਸੁਰੱਖਿਆ ਦਾ ਕਵਰ ਨੂੰ ਅਪਗ੍ਰੇਡ ਕੀਤਾ ਜਾਂਦਾ ਹੈ ਜਾਂ ਉਸ ਨੂੰ ਡਾਊਨਗ੍ਰੇਡ ਕੀਤਾ ਜਾਂਦਾ ਹੈ, ਉਹ ਇੰਟੈਲੀਜੈਂਸ ਇਨਪੁਟ ਕਿੱਥੋਂ ਆਈ? ਕੀ ਕੋਈ ਇਨਪੁਟ ਸੀ ਜਾਂ ਨਹੀਂ ਸੀ, ਜਾਂ ਸਿਰਫ ਨਿਰਾ ਇੱਕ ਸਿਆਸੀ? ਦੇਖੋ ਇਹਨਾਂ ਦੇ ਵਿੱਚ ਵੀਆਈਪੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਇੱਕ ਹੋੜ ਲੱਗੀ ਰਹੀ ਹੈ। ਮੈਨੂੰ ਯਾਦ ਹੈ ਮਨਪ੍ਰੀਤ ਬਾਦਲ, ਭਗਵੰਤ ਮਾਨ, ਆਮ ਆਦਮੀ ਪਾਰਟੀ, बहुत से ऐसे लोग ये वीवीआईपी कल्चर खत्म करो, लाल बत्तियां, साढ़े हैरानी होएगी लाल बत्तियां खत्म कर ली, ਉਹਦੇ ਨਾਲ ਨਾ ਨੀਲੀ ਸੰਤਰੀ ਹੋਰ ਬੱਤੀਆਂ ਆ ਗਈਆਂ ਜੀ। ਹੁਣ ਉਹ ਕਹਿੰਦੇ ਵੀ ਲਾਲ ਬੱਤੀ ਖਤਮ ਹੋਣ ਨਾਲ ਤਾਂ ਵੀਆਈਪੀ ਕਲਚਰ ਖਤਮ ਹੋ ਜਾਂਦਾ ਹੈ, ਲੇਕਿਨ ਜਿਹੜੀ ਤੁਸੀਂ ਸੰਤਰੀ ਨੀਲੀ ਬੱਤੀਆਂ ਉਹ ਚੱਲਦੀਆਂ ਨੇ ਅੱਜ। ਬਾਈਫਰਕੇਸ਼ਨ ਤਾਂ ਕਰ ਹੀ ਦਿੱਤੀ ਹੈ ਨਾ, ਤੁਸੀਂ ਉਹਨਾਂ ਨੂੰ ਦੂਸਰੇ ਰੰਗ ਬਦਲੇ ਨੇ ਬੱਤੀਆਂ ਦੇ। ਵੀਵੀਆਈਪੀ ਕਲਚਰ ਕਿੱਥੇ ਖਤਮ ਹੋਇਆ? ਤੇ ਅੱਜ ਵੀਵੀਆਈਪੀ ਕਲਚਰ ਕੀ, ਜਦੋਂ ਭਗਵੰਤ ਮਾਨ ਦੀ ਹੁਣ ਆਪ ਪਿਛਲਾ ਹਫਤੇ ਦੀ ਖਬਰ ਹੈ, Z+ ਸਿਕਿਉਰਿਟੀ ਦਿੱਤੀ ਹੈ, ਕੇਂਦਰ ਨੇ ਦਿੱਤੀ ਹੈ, ਸੈਂਟਰਲ ਗਵਰਨਮੈਂਟ ਨੇ ਰਿਵਿਊ ਕੀਤਾ। ਉਹਨਾਂ ਨੂੰ ਲੱਗੇ ਵੀ ਅੰਮ੍ਰਿਤਪਾਲ ਵਾਲਾ ਜਿਹੜਾ ਪੂਰਾ ਦਾ ਪੂਰਾ ਸਿਚੁਏਸ਼ਨ ਹੋਈ, ਉਸ ਤੋਂ ਬਾਅਦ ਸਰਦਾਰ ਭਗਵੰਤ ਮਾਨ ਐਜ਼ ਅ ਚੀਫ ਮਿਨਿਸਟਰ ਉਹਨਾਂ ਨੂੰ ਹੋਰ ਸੁਰੱਖਿਆ ਦੀ ਲੋੜ ਹੈ, ਉਹਨਾਂ ਨੂੰ Z+ ਗ੍ਰੇਡ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਟਵੀਟ ਕੀਤੇ ਵੀ ਇਹ ਦੇਖੋ ਜੀ, ਇਹ ਤਾਂ ਵੀਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਰਦੇ ਸੀ। ਹੁਣ ਪੁਆਇੰਟ ਬੜਾ ਸਿੰਪਲ ਹੈ ਵੀ ਜਦੋਂ ਤੁਸੀਂ ਸਿਕਿਉਰਿਟੀ ਦਾ ਕੁਐਸਚਨ ਹੁੰਦਾ ਨਾ, ਉਹਦੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਕਰੇ, ਚਾਹੇ ਸਰਕਾਰ ਕਰੇ। ਇਹਨਾਂ ਨੇ ਪੋਲਿਟਿਕਸ ਕੀਤੀ 1 ਸਾਲ ਪਹਿਲਾਂ। ਮੈਂ ਸੱਤਾਧਾਰੀ ਧਿਰ ਦਾ ਨਾਂ ਲੈਣਾ ਹੈ ਕਿ ਇਹਨਾਂ ਨੂੰ ਸਿਰਫ ਮੁੱਦਾ ਇਹ ਸੀ ਵੀ ਅਸੀਂ ਵੀਵੀਆਈਪੀ ਕਲਚਰ ਆਏ ਹਾਂ, ਨਵੀਂ ਸਰਕਾਰ ਬਣੀ ਸੀ, ਅਸੀਂ ਵੀਵੀਆਈਪੀ ਕਲਚਰ ਖਤਮ ਕਰਿਆ, ਦੇਖੋ ਜੀ ਇਹਦੀ ਸਿਕਿਉਰਿਟੀ ਹਟਾਤੇ, ਆਪ ਚੱਕੀ ਫਿਰਦੇ ਸੀ। ਉਸ ਤੋਂ ਬਾਅਦ ਐਡੀ ਵੱਡੀ ਘਟਨਾ ਹੋ ਗਈ, ਹੁਣ ਜਵਾਬ ਨਹੀਂ ਲੱਭਦੇ ਪਏ। ਹੁਣ ਉਹ ਸਾਰੀ ਦੀ ਸਾਰੀ ਮੈਨੂੰ ਲੱਗਦਾ ਲੁਕੋ ਕੇ ਬੈਠੇ ਨੇ ਆਪਣੇ ਹੈਲੀਕਾਪਟਰਾਂ ਦੇ। ਤੁਸੀਂ ਖਰਚੇ ਦੇਣ ਨੂੰ, ਫੇਰੀਆਂ ਦਾ ਵੇਰਵਾ ਦੇਣ ਨੂੰ ਤਿਆਰ ਨਹੀਂ ਹੋ, ਤੇ ਹੋਰਾਂ ਦੇ ਤੁਸੀਂ ਇੱਕ ਗਾਰਡ ਜਿਨ੍ਹਾਂ ਨੇ ਗਿਣਾਏ ਸੀ, ਸਿੱਧੂ ਮੂਸੇਵਾਲਾ ਤੋਂ ਪਹਿਲਾਂ ਵੀ ਗਿਣਾਤੇ ਸੀ ਵੀ ਹਰਸਿਮਰਤ ਕੌਰ ਬਾਦਲ ਦੇ 8 ਘਟਾਤੇ, ਰਵਨੀਤ ਸਿੰਘ ਬਿੱਟੂ ਦੇ 4 ਘਟਾਤੇ, ਵਿਚ ਵਾਸ ਵੈਰੀ ਅਨਫੋਰਚੂਨੇਟ। ਅੱਜ ਜਿਹਦੇ ਹੁਣ ਸਵਾਲ ਉੱਠ ਰਹੇ ਨੇ, ਮੈਂ ਤਾਂ ਉਹਨਾਂ ਨੂੰ ਗਲਤ ਕਹਿੰਦਾ ਵੀ ਮੁੱਖ ਮੰਤਰੀ ਨੂੰ ਖਤਰਾ ਹੈ ਤੇ ਉਹਨੂੰ Z+ ਕੀ ਉਸ ਤੋਂ ਉਤਲੀ ਵੀ ਸੁਰੱਖਿਆ ਮਿਲਣੀ ਚਾਹੀਦੀ ਹੈ। ਇਹ ਤੇ ਕਾਹਦੀ ਰਾਜਨੀਤੀ? ਲੇਕਿਨ ਜਦੋਂ ਤੁਸੀਂ ਸੁਰੱਖਿਆ ਤੇ ਰਾਜਨੀਤੀ ਕਰੋਗੇ, ਜੋ ਕਿ ਇਹਨਾਂ ਨੇ ਕੀਤੀ 1 ਸਾਲ ਪਹਿਲਾਂ, ਅੱਜ ਉਸ ਦੀਆਂ ਪੜਤਾਲਾਂ ਤੋਂ ਮੁਨਕਰ ਹੋ ਰਹੇ ਨੇ, ਇਹ ਉਹਨਾਂ ਨੇ ਜਵਾਬ ਦੇਣਾ ਚਾਹੁੰਦੇ ਨਹੀਂ। ਫਿਰ ਉਸ ਤੋਂ ਬਾਅਦ ਆਹੀ ਹੋਏਗਾ, ਤੁਹਾਡੇ ਕੋਲ ਅੱਜ ਹੈ ਨਹੀਂ ਬੈਠ ਕੇ ਦੇਵੇ ਕੋਈ ਮੰਤਰੀ ਜਾਂ ਮੁੱਖ ਮੰਤਰੀ। ਕਦੇ ਆਉਣ ਤਾਂ ਸੀ ਨਾ, ਮੀਡੀਆ ਦੇ ਨਾਲ ਹੋਰ ਇੰਟਰਵਿਊ ਕਰਦੇ ਨੇ, ਕਦੇ ਇਸ ਵਿਸ਼ੇ ਤੇ ਆ ਕੇ ਬੈਠ ਕੇ ਗੱਲ ਤਾਂ ਕਰਨ। 2-3 ਸਵਾਲ ਨੇ, ਜੇ ਨਾ ਕੁਰਸੀ ਤੋਂ ਖੜੇ ਹੋ ਕੇ ਤੁਰਦੇ ਬਣਨ ਤਾਂ ਫਿਰ ਤੁਸੀਂ ਜਾਣਦੇ ਹੋ ਕੀ ਕਰਦੇ ਨੇ ਲੀਡਰ, ਜੇ ਸਵਾਲ ਨਹੀਂ ਉਹ ਜਵਾਬ ਦੇ ਸਕਦੇ, ਹੈ ਨਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਿਤੇਸ਼ ਜੀ, ਤੁਸੀਂ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਈ ਥਿੰਕ ਜਿਹੜੀ ਸਾਡੀ ਆਡੀਅנס ਹੈ ਕਾਫੀ ਸਮਝਦਾਰ ਹੈ, ਸਾਰੇ ਪਹਿਲੂਆਂ ਨੂੰ ਸਮਝੇਗੀ ਅਤੇ ਵਿਚਾਰੇਗੀ। ਪਰ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ, ਜਿਸ ਨੇ ਪੂਰੀ ਦੁਨੀਆ ਦੇ ਪੰਜਾਬੀ ਅਤੇ ਹੋਰ ਐਥਨੀਸਿਟੀ ਦੇ ਲੋਕਾਂ ਨੂੰ ਇੱਕ ਮਿਊਜ਼ਿਕ ਬਾਉਂਡ ਦੇ ਨਾਲ ਬੰਨਿਆ, ਉਸ ਦੀ ਮੌਤ ਦੇ ਸਵਾਲ ਦਾ ਜਵਾਬ ਅੱਜ ਸਾਨੂੰ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ। ਇਹੀ ਸਾਡੀ ਕੋਸ਼ਿਸ਼ ਹੈ ਅਤੇ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਸਾਨੂੰ ਇੱਥੇ ਉਹਦੀ ਦੂਜੀ ਬਰਸੀ ਤੇ ਬਹਿ ਕੇ ਇਹ ਸਵਾਲਾਂ ਨੂੰ ਦੁਹਰਾਉਣ ਦੀ ਲੋੜ ਨਾ ਪਵੇ। ਮੈਂ ਹਾਂ ਪਰਮੀਤ ਕਾਮਰਾ, ਤੁਸੀਂ ਦੇਖ ਰਹੇ ਹੋ ਰੈਡ FM ਅਤੇ ਪੰਜਾਬ ਲਿੰਕ।